ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੂਹੀ ਮਹਲਾ ਪੰਜਵਾ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬਿਦਾਰੇ। ਜਾ ਕੀ ਧੀਰਕ ਇਸ ਮਨ ਹੈ ਸਧਾਰੇ, ਜਾ ਕੈ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਾਰਣ ਨਾਨਕ ਤਿਨ ਸਦ ਬਲਿਹਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਅੱਜ ਅਸੀਂ ਸੰਤ ਬਾਬਾ ਮਾਝਾ ਸਿੰਘ ਜੀ ਹੋਤੀ ਮਰਦਾਨ ਵਾਲੇ ਔਰ ਪਾਕਿਸਤਾਨ ਤੋਂ ਬਾਅਦ ਨਗਰ ਮਕਸੂਦਪੁਰ ਵਿਖੇ ਮਹਾਂਪੁਰਖਾਂ ਨੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੀ ਯਾਦ ਵਿੱਚ ਡੇਰਾ ਸਥਾਪਿਤ ਕੀਤਾ। ਧੰਨ ਧੰਨ ਬਾਬਾ ਮਾਝਾ ਸਿੰਘ ਜੀ ਦੀ ਅੱਜ ਬਰਸੀ ਦਾ ਸਮਾਗਮ ਸਤਿਕਾਰਯੋਗ ਸੰਤ ਬਾਬਾ ਰੋਸ਼ਨ ਸਿੰਘ ਜੀ ਮਸਕੀਨ ਉਹਨਾਂ ਦੇ ਉਦਮ ਦੁਆਰਾ ਇਹ ਸਮਾਗਮ ਮਨਾਇਆ ਜਾ ਰਿਹਾ ਹੈ। ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਹੋਏ, ਸੁਤਦਾਰਾ ਤੇ ਲక్ష్ਮੀ ਪਾਪੀ ਕਹਿ ਪੀ ਹੋਏ। ਸੰਤਾਂ ਦਾ ਸਮਾਗਮ, ਹਰੀ ਦੀ ਕਥਾ, ਇਹ ਦੋ ਚੀਜ਼ਾਂ ਬੜੀਆਂ ਦੁਰਲਭ ਹੈ। ਸੁਤ ਪੁੱਤਰ, ਦਾਰਾ ਇਸਤਰੀ ਤੇ ਲక్ష్ਮੀ ਮਾਇਆ, ਤਿੰਨ ਚੀਜ਼ਾਂ ਪਾਪੀ ਲੋਕਾਂ ਦੇ ਘਰ 'ਚ ਵੀ ਮਿਲ ਜਾਂਦੀਆਂ ਹਨ। ਸਰਵਰ ਤਰਵਰ ਸੰਤ ਜਨ, ਚੌਥਾ ਬਾਦਲ ਮੇ, ਪਰ ਉਪਕਾਰਨ ਕਰਨੇ ਚੌਹਾਂ ਧਾਰੀ ਦੇ। ਸਮੁੰਦਰ ਜਾਂ ਸਰੋਵਰ, ਤਰਵਰ ਦਰਖਤ, ਸੰਤ ਜਨ ਮਹਾਤਮਾ ਪੁਰਸ਼, ਬਦਲਾਂ ਦਾ ਪਾਣੀ, ਇਹ ਚੌਹਾਂ ਨੇ ਪਰਉਪਕਾਰ ਵਾਸਤੇ ਸਰੀਰ ਧਾਰੇ ਹੁੰਦੇ ਹਨ। ਜਨਮ ਮਰਨ ਦੋਹੂ ਮੈਂ ਨਹੀਂ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਜਿਨ੍ਹਾਂ ਦੇ ਨਾਂ ਤੇ ਸੰਪਰਦਾ ਚੱਲ ਰਹੀ ਹੈ। ਤੇ ਆਪ ਜੀ ਨਗਰ ਕਾਜ਼ੀਆਂ ਪਾਕਿਸਤਾਨ ਦੇ ਵਿੱਚ ਸਤਿਕਾਰਯੋਗ ਪਿਤਾ ਕਿਰਪਾ ਸਿੰਘ ਜੀ ਔਰ ਸਤਿਕਾਰਯੋਗ ਮਾਤਾ ਸੂਬੀ ਕੌਰ ਜੀ, ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਗੁਰਦੁਆਰਾ, ਆਪ ਜੀ ਦਾ ਸੰਮਤ 1887 ਬਿਕਰਮੀ ਦਿਨ ਸੋਮਵਾਰ ਹਾੜ ਦੀ ਪੁੰਨਿਆ ਨੂੰ ਅਵਤਰਨ ਹੋਇਆ। ਔਰ ਆਪ ਜੀ ਨੇ ਬਾਬਾ ਖੁਸ਼ਹਾਲ ਸਿੰਘ ਦੁਆਰਾ ਧਾਰਮਿਕ ਵਿਦਿਆ ਔਰ ਉਸ ਸਮੇਂ ਦੀ ਜੋ ਦੁਨਿਆਵੀ ਵਿਦਿਆ ਪ੍ਰਾਪਤ ਕੀਤੀ। 1844 ਵਿੱਚ ਸਿੱਖ ਰਾਜ ਦੀ ਫੌਜ ਗਾਈਡ ਪਲਟਨ ਵਿੱਚ ਭਰਤੀ ਹੋ ਗਏ ਔਰ ਫੌਜ ਵਿੱਚ ਵੀ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ। ਨਾਮ ਬਾਣੀ ਨਾਲ ਸੰਗਤ ਨੂੰ ਜੋੜਦੇ ਰਹੇ।
ਸੰਗਤਾਂ ਵਿੱਚ ਉੱਥੇ ਵੀ ਬੜਾ ਸਤਿਕਾਰ ਪਿਆਰ ਪ੍ਰਾਪਤ ਕੀਤਾ। 1857 ਦੇ ਗਦਰ ਤੋਂ ਬਾਅਦ ਆਪ ਜੀ ਨੇ ਉੱਧਰੋਂ ਤਿਆਗ ਪੱਤਰ ਦੇ ਦਿੱਤਾ, ਕਿਉਂਕਿ ਆਪ ਜ਼ਿਆਦਾ ਫਿਰ ਭਜਨ ਬਾਣੀ 'ਚ ਰਹਿੰਦੇ ਸੀ। ਦਸਮ ਪਾਤਸ਼ਾਹ ਜੀ ਨੇ ਆਪ ਦੀ ਜਗ੍ਹਾ ਪਹਿਰਾ ਦਿੱਤਾ, ਨਿੰਦਕ ਸ਼ਿਕਾਇਤਾਂ ਕਰਦੇ ਰਹੇ। ਅਖੀਰ ਆਪ ਜੀ ਨੇ ਕਿਹਾ ਕਿ ਮੇਰਾ ਨਾਂ ਕੱਟ ਦਿਓ। ਉਹ ਕਹਿੰਦੇ ਨਾਂ ਨਹੀਂ ਕੱਟਣਾ, ਵੱਡੀ ਪੋਸਟ ਦੇ ਦਿੰਦੇ ਹਾਂ, ਉਹਦਾ ਵਧਾ ਦਿੰਦੇ ਹਾਂ। ਕਹਿੰਦੇ ਜਿਨ੍ਹਾਂ ਨੇ ਮੇਰੀ ਜਗ੍ਹਾ ਪਹਿਰਾ ਦਿੱਤਾ ਹੁਣ ਤਾਂ ਉਹਦੀ ਭਗਤੀ ਕਰਾਂਗੇ, ਤੁਹਾਡੇ ਰਿਕਾਰਡ ਵਿੱਚ ਮੇਰਾ ਨਾਂ ਨਹੀਂ। ਉਸ ਤੋਂ ਬਾਅਦ ਫਿਰ ਆਪ ਹੋਤੀ ਮਰਦਾਨ ਦੇ ਇਲਾਕੇ 'ਚ ਬਹੁਤ ਜਪ ਤਪ ਕਮਾਈ ਕੀਤੀ ਔਰ ਅਸਥਾਨ ਕਾਇਮ ਕੀਤਾ, ਗੁਰੂ ਕੇ ਨਿਸ਼ਾਨ ਚਲਾਏ, ਬੌਲੀ ਕਾਇਮ ਕੀਤੀ, ਕਲ ਪਾਣੀ ਨਦੀ ਕਿਨਾਰੇ ਤਪੱਸਿਆ, ਬੇਅੰਤ ਗੁਫਾ ਆਪ ਨੇ ਤਿਆਰ ਕੀਤੀਆਂ। ਤੇ ਇਸ ਫਰੰਟੀਅਰ ਦੇ ਇਲਾਕੇ 'ਚ ਹੜੰਬਾ ਧਰਤੀ 'ਚ ਨਾਮ ਬਾਣੀ ਦਾ ਪ੍ਰਚਾਰ ਕਰਕੇ ਕਲਯੁਗ 'ਚ ਸਤਿਯੁਗ ਦੀ ਲੜੀ ਲਾਈ ਔਰ ਖਾਲਸਾ ਪੰਥ ਵਿੱਚ ਬਹੁਤ ਹੀ ਸਤਿਕਾਰ ਮਾਣ ਪ੍ਰਾਪਤ ਕੀਤਾ। ਔਰ ਇਹਨਾਂ ਦੇ ਨਾਲ ਛੋਟੇ ਸੰਤ ਬਾਬਾ ਲਾਲ ਸਿੰਘ ਜੀ, ਕਿਉਂਕਿ ਬਾਬਾ ਜੀ ਦਾ ਧੰਨ ਬਾਬਾ ਕਰਮ ਸਿੰਘ ਜੀ ਦਾ ਨਗਰ ਕਾਜੀਆਂ ਪਿੰਡ ਸੀ ਤੇ ਬਾਬਾ ਲਾਲ ਸਿੰਘ ਜੀ ਦਾ ਨਗਰ ਗੰਗਾਵਾਲੀ ਸੀ, ਜ਼ਿਲ੍ਹਾ ਕੈਂਬਲਪੁਰ ਦੇ ਵਿੱਚ। ਤੇ ਆਪ ਜੀ 18 ਸਾਲ ਦੀ ਉਮਰ 'ਚ ਫੌਜ ਵਿੱਚ ਭਰਤੀ ਹੋਣ ਲਈ ਗਏ। ਉਸ ਵੇਲੇ ਕਿਸੇ ਦੀ ਗਵਾਹੀ ਦੀ ਲੋੜ ਸੀ, ਅਰਦਾਸ ਹੋ ਗਏ। ਫਿਰ ਬਾਬਾ ਕਰਮ ਸਿੰਘ ਸਾਹਿਬ ਨੇ ਇਹਨਾਂ ਦੀ ਜਾਮਨੀ ਭਰੀ। ਆਪ ਜੀ ਫੌਜ ਵਿੱਚ ਭਰਤੀ ਹੋ ਗਏ। ਫਿਰ ਬਾਬਾ ਜੀ ਦੇ ਹੁਕਮ ਅਨੁਸਾਰ ਪੈਨਸ਼ਨ ਲੈ ਕੇ ਫਿਰ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਆ ਕੇ ਸੇਵਾਦਾਰ ਬਣ ਗਏ ਔਰ ਡੇਰੇ ਦੀ ਸਾਰੀ ਦੇਖ ਰੇਖ ਸੇਵਾ ਆਪ ਜੀ ਦੇ ਸਪੁਰਦ ਸੀ। ਤੇ ਆਪ ਜੀ ਜਦੋਂ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਨੇ ਕਿਹਾ ਜੋਤੀ ਉਹ ਸਮਾਉਣਾ, ਕਹਿਣ ਲੱਗੇ 8.5 ਦਿਨ ਆ, ਬਾਬਾ ਲਾਲ ਸਿੰਘ ਜੀ ਦੇ 2 ਸਾਲ ਆ, ਉਹਨਾਂ ਨੂੰ ਬੇਨਤੀ ਕਰ ਲਓ। ਬਾਬਾ ਲਾਲ ਸਿੰਘ ਜੀ 8 ਦਿਨ ਤੋਂ ਬਾਅਦ ਲੰਗਰ ਵਰਤਾਉਂਦੇ ਆਪਣੀ ਇੱਛਾ ਨੇ ਜਿਵੇਂ ਸਭ ਕੁੰਜ ਤਿਆਗਦਾ ਸਰੀਰ ਤਿਆਗ ਕੇ ਸੱਚਖੰਡ ਚਲ ਗਏ। ਤੇ ਬਾਬਾ ਕਰਮ ਸਿੰਘ ਜੀ ਮਹਾਰਾਜ 2 ਸਾਲ ਬਾਅਦ ਵਿੱਚ ਰਹੇ। 12 ਮਘਰ ਦਿਨ ਐਤਵਾਰ ਔਰ 1900 ਈਸਵੀ ਸੀ ਜਿਲੇ ਬਾਬਾ ਜੀ ਬਾਬਾ ਲਾਲ ਸਿੰਘ ਜੀ ਸਮਾਏ ਹੈ। ਔਰ ਈਸਵੀ 1957 ਮਘਰ ਸੁਦੀ ਚੌਥ ਉਸ ਦਿਨ ਬਾਬਾ ਲਾਲ ਸਿੰਘ ਜੀ ਸਮਾਏ ਹੈ। ਤੇ ਆਪ ਜੀ ਦਾ ਜਿਹੜਾ ਜਨਮ ਸੀ ਉਹ ਸੰਮਤ 1885 ਆਪਣੇ ਸੰਮਤ ਆ ਬਿਕਰਮੀ। ਤੇ ਬਾਬਾ ਜੀ ਦੀ ਚਰਨ ਛੰਨ 'ਚ ਰਹਿ ਕੇ ਸੇਵਕ ਕੀ ਓੜਕ ਨਿਵਹੀ ਪ੍ਰੀਤ, ਓੜਕ ਪ੍ਰੀਤੀ ਨਿਭਾ ਗਏ। ਔਰ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਫਿਰ ਸੰਗਤਾਂ ਦੀ ਬੇਨਤੀ ਤੋਂ ਸੰਮਤ 1559 ਈਸਵੀ 1902 ਤੇ ਆਪ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਨੂੰ ਆਪਣੇ ਅਸਥਾਨ ਦੀ ਸੇਵਾ ਤੇ ਸਥਾਪਿਤ ਕੀਤਾ। ਔਰ ਉਹਨਾਂ ਨੇ ਵੀ ਡੇਰੇ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਲਗਾਏ। ਉਸ ਇਲਾਕੇ ਦੇ ਵਿੱਚ ਹਿੰਦੂ ਮੁਸਲਮਾਨ ਸਿੱਖਾਂ ਵਿੱਚ ਏਕਤਾ ਦਾ ਪ੍ਰਚਾਰ ਕਰਕੇ ਜੋ ਬਾਬਾ ਕਰਮ ਸਿੰਘ ਦਾ ਸਿਧਾਂਤ ਸੀ, ਬਹੁਤ ਪੰਥ ਵਿੱਚ ਨਾਮਨਾ ਖੱਟੀ। ਤੇ ਆਪ ਜੀ
ਸੰਮਤ 1905 ਈਸਵੀ 1862 ਵਿੱਚ ਪਿਤਾ ਰਾਮੂ ਸ਼ਾਹ ਜੀ ਮਾਤਾ ਚਤਰ ਕੌਰ ਜੀ ਦੇ ਗਹਿਰਾ ਵਿਖੇ ਸ਼ਾਮੂ ਜੀ ਮਾਮੂ ਜੀ ਤੇ ਉਸ ਇਲਾਕੇ 'ਚ ਆਪ ਦਾ ਜਨਮ ਹੋਇਆ ਤੇ ਆਪ ਜੀ ਨੇ ਉਸ ਇਲਾਕੇ 'ਚ ਮਹਾਨ ਗੁਰਮਤਿ ਦਾ ਪ੍ਰਚਾਰ ਕੀਤਾ। ਅਰਧ ਕੁੰਭੀ ਦੇ ਮੇਲੇ ਤੇ ਗਏ, ਰੇਰੂ ਸਾਹਿਬ ਬਾਬਾ ਅਤਰ ਸਿੰਘ ਜੀ ਕੋਲ ਆਏ ਔਰ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖਵਾਲ ਵਾਲਿਆਂ ਤੇ ਬਾਬਾ ਜਵੰਤ ਸਿੰਘ ਜੀ ਰਾਜਾ ਸੰਸੀ ਮਹਾਂਪੁਰਖਾਂ ਦੇ ਮਹਾਨ ਬਖਸ਼ਾਂ ਕੀਤੀਆਂ, ਜਿਵੇਂ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਨੇ, ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਅਤਲੇ ਵਾਲੇ ਘੁੰਸਾਂ ਵਾਲੇ ਔਰ ਬਾਬਾ ਹਰਨਾਮ ਜੈਨ ਵਾਲਿਆਂ ਤੇ ਮਹਾਨ ਬਖਸ਼ਾਂ ਕੀਤੀਆਂ। ਇਸ ਤਰ੍ਹਾਂ ਇਹਨਾਂ ਨੇ ਵੀ ਬੇਅੰਤ ਬਖਸ਼ਾਂ ਕੀਤੀਆਂ। ਉਹਨਾਂ ਮਹਾਂਪੁਰਖਾਂ ਨੇ ਵੀ ਬੜਾ ਜਸ ਖਟਿਆ। ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ 28 ਅੱਸੂ 1975 ਐਤਵਾਰ ਵਾਲੇ ਦਿਨ 15 ਸਾਲ 8 ਮਹੀਨੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਦੇ ਅਸਥਾਨ ਦੀ ਸੇਵਾ ਕਰਦੇ ਹੋਏ ਜੋਤੀ ਜੋਤ ਸਮਾਏ। ਉਹਨਾਂ ਤੋਂ ਬਾਅਦ ਸੰਗਤ ਨੇ ਵਿਚਾਰ ਕਰਕੇ ਫਿਰ ਬਾਬਾ ਰਾਮ ਸਿੰਘ ਜੀ ਜੋ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਜਨਮ ਨਗਰ ਕਾਜ਼ੀਆਂ ਦੇ ਸਨ। ਪਿਤਾ ਮੋਤਾ ਸਿੰਘ ਜੀ ਮਾਤਾ ਕਰਤਾਰ ਕੌਰ ਜੀ ਦੇ ਗ੍ਰਹਿ ਵਿਖੇ ਆਪ ਜੀ ਦਾ ਜਨਮ ਹੋਇਆ ਤੇ ਆਪ ਜੀ ਨੇ ਵੀ ਲੰਮਾ ਸਮਾਂ ਉਸ ਅਸਥਾਨ ਦੀ ਸੇਵਾ ਕੀਤੀ ਔਰ 27 ਪੋਹ ਬਿਕਰਮੀ 1999 ਪੋਹ ਬਦੀ ਏਕਮ ਮੰਗਲਵਾਰ 10:30 ਵਜੇ ਸੱਚਖੰਡ ਚਲੇ ਗਏ। ਉਹਨਾਂ ਤੋਂ ਬਾਅਦ ਸੰਤ ਬਾਬਾ ਮਾਝਾ ਸਿੰਘ ਜੀ, ਇਹਨਾਂ ਦਾ ਜਨਮ ਨਗਰ ਜਿਨ੍ਹਾਂ ਦੀ ਅੱਜ ਬਰਸੀ ਮਨਾਈ ਜਾ ਰਹੀ ਹੈ, ਪਿੰਡ ਮਕਸੂਦਪੁਰ, ਜ਼ਿਲ੍ਹਾ ਕਪੂਰਥਲਾ ਹੈ ਔਰ ਆਪ ਜੀ ਦੇ ਸਤਿਕਾਰਯੋਗ ਪਿਤਾ ਸਰਦਾਰ ਅਰਜਨ ਸਿੰਘ ਜੀ ਮਾਤਾ ਮਾਲਣ ਕੌਰ ਜੀ ਦੇ ਗ੍ਰਹਿ ਵਿਖੇ ਜਨਮ ਹੋਇਆ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਸਰੀਰ ਤਿਆਗ ਗਏ ਜਦੋਂ ਆਪ ਜੀ ਦੀ ਉਮਰ 11 ਸਾਲ ਸੀ ਤੇ ਆਪ ਜੀ ਦੇ ਚਾਚਾ ਸਰਦਾਰ ਫੂਲਾ ਸਿੰਘ ਫੌਜ ਵਿੱਚ ਸੀ। ਇਹਨਾਂ ਨੂੰ ਫਿਰ ਪੇਸ਼ਾਵਰ ਉਹਨਾਂ ਕੋਲ ਪਹੁੰਚਾਇਆ ਗਿਆ। ਉਹ ਫਿਰ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਛੱਡ ਗਏ ਕਿ ਮਹਾਰਾਜ ਪਿੰਡ ਦੇ ਲੋਕ ਇਹਨਾਂ ਨੂੰ ਕੋਟਾ 17 ਕਹਿੰਦੇ ਆ ਕਿ ਜਿਹਨਾਂ ਆਪਣੇ ਮਾਤਾ ਪਿਤਾ ਨੂੰ ਲੈ ਲਿਆ ਤੇ ਮੈਂ ਫੌਜ ਵਿੱਚ ਹਾਂ ਤੇ ਨਗਰ 'ਚ ਇਹਨਾਂ ਦੀ ਕੌਣ ਸੇਵਾ ਸੰਭਾਲ ਕਰੇਗਾ। ਆਪ ਕਿਰਪਾ ਕਰੋ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਬੜੇ ਦਿਆਲੂ ਸਨ, ਕਿਰਪਾਲੂ ਸਨ, ਕਿਉਂਕਿ ਜਿਨ੍ਹਾਂ ਦੇ ਮਹਾਰਾਜ ਨੇ ਸੂਹੀ ਰਾਗ 'ਚ ਕਿਹਾ ਜਾ ਕੇ ਦਰਸ ਪਾਪ ਕੋਟ ਉਤਾਰੇ, ਜਿਨ੍ਹਾਂ ਦੇ ਦਰਸ਼ਨ ਨਾਲ ਕਰੋੜਾਂ ਪਾਪ ਉਤਰ ਜਾਂਦੇ ਆ, ਭੇਟੇ ਸੰਗੇ ਭਵਜਲ ਤਾਰੇ। ਜਿਹੜੇ ਉਹਨਾਂ ਨਾਲ ਮਿਲਦੇ ਆ ਮਹਾਂਪੁਰਖ ਉਹਨਾਂ ਨੂੰ ਸੰਸਾਰ ਸਾਗਰ ਤੋਂ ਤਾਰ ਲੈਂਦੇ ਹਨ। ਹੋਏ ਸਾਜਨ ਹੋਏ ਮੀਤ ਪਿਆਰੇ, ਜਿਹਦਾ ਦੁਨੀਆ ਦੇ ਕੋਈ ਆਸਰਾ ਨਹੀਂ, ਜਾਂ ਕੋ ਮੁਸਕਲਾਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨ ਸਾਗ ਕੇ ਭਜ ਖਲੇ, ਸਭੋ ਭਜੈ ਆਸਰਾ ਚੁੱਕਾ ਸਭ ਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀ ਬਾਓ। ਹੋਏ ਸਾਜਨ ਕੋਈ ਮੀਤ ਪਿਆਰੇ, ਹੋਏ ਇਸ ਲੋਕ ਦੇ ਸੱਜਣ ਪਰ ਲੋਕ ਦੇ ਵੀ ਪਿਆਰੇ ਮਿੱਤਰ ਆ ਜੋ ਹਮਕੋ ਹਰ ਨਾਮ ਚਿਤਾਰੇ, ਜਿਹੜੇ ਕਿਰਪਾ ਕਰਕੇ ਸਾਡੀ ਸੁੱਤੀ ਆਤਮਾ ਨੂੰ ਜਗਾ ਕੇ ਪਰਮੇਸ਼ਰ ਦਾ ਨਾਮ ਚੇਤੇ ਕਰਾਉਂਦੇ ਹਨ। ਰਾਹ ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਿਨ੍ਹਾਂ ਦਾ ਸ਼ਬਦ ਸੁਣਨਾ, ਸ਼ਬਦ ਦੀ ਕਮਾਈ ਕਰਨਾ, ਸੇਵਾ ਕਰਨੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾ ਕੀ ਟਹਿਲ ਜਿਉਂ ਦੂਤ ਪਧਾਰੇ,
ਜਿਨ੍ਹਾਂ ਦੀ ਟਹਿਲ ਸੇਵਾ ਕਰਨਾ, ਜਮਦੂਤ ਜਿਹੜੇ ਉਹ ਵੀ ਵਧਾਰੇ ਨਾਸ ਹੋ ਜਾਂਦੇ ਹਨ। ਜਾ ਕੀ ਧੀਰਖ ਇਸ ਮਨੇ ਸੁਧਾਰੇ, ਜਿਨ੍ਹਾਂ ਦੀ ਸਿੱਖਿਆ, ਜਿਨ੍ਹਾਂ ਦਾ ਉਪਦੇਸ਼ ਇਸ ਪਾਪੀ ਮਨ ਦਾ ਸੁਧਾਰ ਕਰਦਾ ਹੈ ਔਰ ਮਨ ਆਸਰੇ ਸਹਿਤ ਹੋ ਜਾਂਦਾ ਹੈ। ਜਾ ਕੇ ਸਿਮਰਨ ਮੁਖ ਉਜਲਾਰੇ, ਔਰ ਜਿਸ ਨਿਰੰਕਾਰ ਦਾ ਸਿਮਰਨ ਕਰਨੇ ਨਾਲ ਇਨਸਾਨ ਦਾ ਮੁਖੜਾ ਉਜਲ ਪਵਿੱਤਰ ਹੋ ਜਾਂਦਾ, ਪਾਪਾਂ ਦੀ ਮੈਲ ਤੋਂ ਰਹਿਤ ਹੋ ਜਾਂਦਾ। ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖੁਨਲੇ ਤੋਤੀ ਉਜਲੇ ਨੂੰ ਵਿਜੇ ਸੋ ਤੋ ਬਣ ਪਾਹੋ। ਪਰ ਜਦੋਂ ਲਲਾਰੀ ਕੋ ਚਲ ਜਾਏ ਬਸਤਰ ਸਾਫ਼ ਕਰਕੇ, ਰੰਗ ਵੀ ਸੋਹਣਾ ਚੜਾ ਦਿੰਦਾ ਹੈ। ਲਾਲ ਰੰਗ ਤੇ ਸਕੋ ਲਗਾ ਜਿਸਕੇ ਬੜ ਭਾਗਾ, ਮੈਲਾ ਕਦੇ ਨੂੰ ਹੋਵੇ ਨਹ ਲਾਗੇ ਦਾਗਾ। ਉਹਨਾਂ ਦੀ ਕਿਰਪਾ ਹੋ ਜਾਂਦੀ ਹੈ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਜਿਹੜੇ ਪ੍ਰਭੂ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਕ ਬਣ ਜਾਂਦੇ ਹਨ, ਮਹਾਂਪੁਰਖਾਂ ਦੀ ਸ਼ਰਨ ਗ੍ਰਹਿਣ ਕਰ ਲੈਂਦੇ ਹਨ। ਮਹਾਂਪੁਰਖਾਂ ਨੇ ਆਪਣਾ ਜੀਵਨ ਸਵਾਰਿਆ ਹੁੰਦਾ। ਜਿਹੜੇ ਉਹਨਾਂ ਦੀ ਸ਼ਰਨ ਚਾਹੁੰਦੇ ਆ, ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਨੇ ਬੇਅੰਤ ਬਿਹੰਗਮਾਂ ਦਾ ਬੇਅੰਤ ਗ੍ਰਸਤੀਆਂ ਦੇ ਜਿਵੇਂ ਜੀਵਨ ਸਵਾਰਿਆ, ਇਸ ਤਰ੍ਹਾਂ ਇਸ ਬਾਲਕ ਬਾਬਾ ਮਾਝਾ ਸਿੰਘ ਦਾ ਜਿਹੜਾ ਜੀਵਨ ਸੀ ਉਹ ਵੀ ਸਵਾਰ ਦਿੱਤਾ। ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਵੇਂ ਟਕਸਾਲ ਦੇ ਵਿੱਚ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ, ਤਾਂਬੇ ਦੇ ਪੈਸੇ ਘੜੇ ਜਾਂਦੇ ਆ, ਇਸ ਤਰ੍ਹਾਂ ਜਿਹੜੇ ਸ਼ਬਦ ਦੀ ਟਕਸਾਲ 'ਚ ਆ ਜਾਂਦੇ ਆ, ਉਹਨਾਂ ਦੇ ਵੀ ਜੀਵਨ ਦੀ ਬੜੀ ਸੁੰਦਰ ਘਾਟ ਘੜੀ ਜਾਂਦੀ ਹੈ। ਅਤੇ ਜਿਨ੍ਹਾਂ ਦੇ ਜੀਵਨ ਹਾਂਜੀ ਇਸ ਟਕਸਾਲ ਵਿੱਚ ਸ਼ਬਦ ਵਿੱਚ ਘੜੇ ਗਏ, ਉਹਨਾਂ ਨੂੰ ਗੁਰਸਿੱਖ ਕਹਿ ਲਓ, ਭਾਈ ਕਹਿ ਲਓ, ਗੁਰਮੁਖ ਕਹਿ ਲਓ, ਹਾਂਜੀ, ਔਰ ਉਹਨਾਂ ਨੂੰ ਸੰਤ ਕਹਿ ਲਓ, ਸਾਧ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਹ ਸਾਰੇ ਪਵਿੱਤਰ ਸ਼ਬਦ ਆ। ਹਾਂਜੀ, ਉਹ ਪ੍ਰਭੂ ਦੇ ਸੇਵਕ ਪ੍ਰਭੂ ਨੇ ਆਪ ਸਵਾਰਿਆ, ਮਾਰੇ ਉਹਨਾਂ 'ਤੇ ਕਿਰਪਾ ਕਰ ਦਿੰਦੇ ਹਨ। ਕਿਉਂਕਿ ਸਾਰਣ ਨਾਨਕ ਤਿੰਨ ਸਦ ਬਲਿਹਾਰੇ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਕਿਉਂਕਿ ਜਦੋਂ ਕੋਈ ਪੂਰਵਲਾ ਕਰਮ ਜਾਗਦਾ, ਫਿਰ ਪੂਰਨ ਮਹਾਂਪੁਰਖਾਂ ਦੀ ਜਿਹੜੀ ਸੰਗਤ ਆ ਉਹ ਗੁਰਸਿੱਖਾਂ ਨੂੰ ਮਿਲ ਜਾਂਦੀ ਹੈ। ਕਿਉਂਕਿ ਜਿਹੜੇ ਮਹਾਂਪੁਰਖ ਆ ਉਹਨਾਂ ਦੇ ਲੱਛਣ ਗੁਰੂ ਮਹਾਰਾਜ ਨੇ ਆਪ ਸਹਿਸ ਕਿਰਤੀ ਦੇ ਵਿੱਚ ਕੀਤੇ ਆ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁਖ ਸੁਖੰ ਜੋਗਤ ਨਿਰਮਲ ਨਿਰਵੈਰਣ ਹੈ, ਦਇਆਲੰ ਸਰਵਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲ ਮਾਇਆ ਜਲ ਕਮਲ ਰਹਿਤਾ ਹੈ, ਉਪਦੇਸੰ ਸੰਮਿਤਰ ਸਤਰ ਹੈ, ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸ਼ਰਵਣੰ, ਆਪ ਤਿਆਗ ਸਗਲ ਰੇਣੁਕ ਹੈ, ਖਟ ਲਖਿਆਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਇਹ ਬੇਅੰਤ ਤਾਂ ਵੈਸੇ ਤਾਂ ਬੇਅੰਤ ਮਹਾਂਪੁਰਖਾਂ ਗੁਣ ਹੁੰਦੇ ਆ, ਪਰ 6 ਮੇਨ ਜਿਹੜੇ ਗੁਣ ਆ ਉਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਹਿਸ ਕਿਰਤੀ ਦੇ ਵਿੱਚ ਵਰਣਨ ਕੀਤੇ ਆ ਕਿ ਉਹਨਾਂ ਮਹਾਂਪੁਰਖਾਂ ਦਾ ਕੈਸਾ ਜੀਵਨ ਹੁੰਦਾ। ਬਵਰਜਤੇ ਮੈਨੇ ਵਰਜੇ ਆ, ਭਾਵਨੀ ਸ਼ਰਧਾ ਸਰੋਤ ਸ਼ਰਵਣ ਕੰਨ। ਹੁਣ ਪਹਿਲਾ ਲੱਛਣ ਕਰਦੇ ਆ ਕਿ ਉਹ ਅਕਾਲ ਪੁਰਖ ਦੇ ਪਰਮੇਸ਼ਰ ਦੇ ਨਾਮ ਮੰਤਰ ਨੂੰ ਜਪਦੇ ਆ। ਸਤਨਾਮ ਸ਼੍ਰੀ ਵਾਹਿਗੁਰੂ, ਏਕ ਓਂਕਾਰ ਸਤਨਾਮ ਵਾਹਿਗੁਰੂ, ਮੂਲ ਮੰਤਰ ਔਰ ਗੁਰ ਮੰਤਰ ਮਿਲਾ ਕੇ ਉਹ ਜਪਦੇ ਰਹਿੰਦੇ ਆ। ਉਸ ਅਕਾਲ ਪੁਰਖ ਨੂੰ ਸਾਰੇ ਪੂਰਨ ਜਾਣ ਕੇ ਉਹਦੀ ਜਿਹੜੀ ਪੂਰਨਤਾ ਆ ਉਹਦਾ ਧਿਆਨ ਕਰਦੇ ਹਨ। ਮੰਤਰੰ ਰਾਮ ਰਾਮ ਨਾਮੰ ਧਿਆਨ ਸਰਵਤਰ ਪੂਰਨ। ਇੱਕ ਤਾਂ ਪ੍ਰਤੀਕ ਉਪਾਸਨਾ, ਇੱਕ ਵਿੱਚ ਭਾਵਨਾ ਕਰਕੇ ਪੂਜਾ ਕਰਨੀ, ਦੂਜੀ ਅਹੰਗ੍ਰਹਿ ਉਪਾਸਨਾ ਕਿ ਪਰਮਾਤਮਾ ਨੂੰ ਵਿਆਪਕ ਜਾਣ ਕੇ ਫਿਰ ਉਹਦੀ ਪੂਜਾ, ਉਹਦਾ ਸਿਮਰਨ, ਉਹਦਾ ਭਜਨ ਕਰਨਾ। ਦੂਸਰਾ ਲੱਛਣ ਮਹਾਰਾਜ ਦੱਸਦੇ ਆ ਕਿ ਇਸ ਤੋਂ ਕਹਿੰਦੇ ਹਾਂਜੀ ਫਿਰ ਇਹ
ਗਿਆਨ ਧਾਰਨ ਹੁੰਦਾ। ਫੇਰ ਕੀ ਦੁੱਖ ਸੁੱਖ ਨੂੰ ਇੱਕ ਕਰਕੇ ਉਹ ਜਾਣਦੇ ਆ। ਸਮਾਨ ਬਿਰਤੀ ਸਮਦ੍ਰਿਸ਼ਟੀ ਹੋ ਜਾਂਦੀ ਹੈ। ਐਸੀ ਉਹਨਾਂ ਦੀ ਭਾਵਨਾ ਬਣ ਜਾਂਦੀ ਹੈ, ਸਮਦ੍ਰਿਸ਼ਟਾ ਬਣ ਜਾਂਦੇ। ਦੁੱਖ ਸੁੱਖ ਮਾਨ ਅਪਮਾਨ ਹਰਖ ਸ਼ੋਕ ਇਹ ਦਵੰਦਾਵਾਦ ਤੋਂ ਰਹਿਤ ਰਹਿੰਦੇ ਆ। ਔਰ ਫਿਰ ਇੱਕ ਵਿੱਚ ਹਰ ਵੇਲੇ ਇੱਕ ਤੇ ਐਸੇ ਉਹ ਮਹਾਂਪੁਰਖ ਆ ਇੱਕ ਜਾਣਨ ਕਰਕੇ ਨਿਰਮਲ ਬਿਰਤੀ ਹੋ ਜਾਂਦੀ ਹੈ, ਨਿਰਵੈਰ ਹੋ ਜਾਂਦੇ ਆ। ਪਰਮੇਸ਼ਰ ਵਿੱਚ ਹਮੇਸ਼ਾ ਹੀ ਜੁੜੇ ਰਹਿੰਦੇ, ਹਰ ਵੇਲੇ ਆਨੰਦ ਵਿੱਚ ਹੀ। ਹਾਂਜੀ, ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਅਖੰਡ ਸਮਾਧੀਆਂ ਲੱਗੀਆਂ ਰਹਿੰਦੀਆਂ ਹਨ। ਤੀਸਰਾ ਲੱਛਣ ਮਹਾਰਾਜ ਨੇ ਦੱਸਿਆ, ਸਾਰੇ ਜੀਆਂ ਤੇ ਉਹ ਦਇਆ ਕਰਦੇ। ਜਿਵੇਂ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਸਭ ਤੇ ਦਇਆ ਕਰਦੇ ਸੀ। ਕਈ ਲੋਕ ਉਹਨਾਂ ਨੂੰ ਮਾਰਨ ਵੀ ਆਉਂਦੇ ਸੀ, ਫਿਰ ਵੀ ਦਇਆ ਕਰਕੇ ਉਹਨਾਂ ਦਾ ਵੀ ਭਲਾ ਕਰ ਦਿੰਦੇ ਸਨ। ਦਿਆਲੂ ਰਹਿੰਦੇ ਆ ਕਿਉਂਕਿ ਪੰਜ ਦੋਖ ਵਿਵਰਜਿਤ ਹੈ। ਪੰਜ ਜਿਹੜੇ ਦੋਸ਼ ਕਾਮ ਕ੍ਰੋਧ ਲੋਭ ਹੰਕਾਰ ਆ, ਇਹਨਾਂ ਤੋਂ ਰਹਿਤ ਹੁੰਦੇ ਆ। ਹਾਂਜੀ, ਜਿਨ ਮਿਲ ਮਾਰੇ ਪੰਜ ਸੂਰਬੀਰ ਹੈ ਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਦਾਰ ਗਦਾਰੇ ਸੋ ਪੂਰਾ ਇਸ ਕਲੀ ਰੇ। ਉਹ ਐਸੇ ਕਾਮ ਕ੍ਰੋਧ ਲੋਭ ਬਿਨ ਸਜਾ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਬੜੇ ਬੜੇ ਜਿਹੜੇ ਬਕਾਰੀ ਲੋਕ ਸੀ, ਅਬਦੁਲ ਗੁਫਾਰ ਵਰਗੇ, ਉਹਨਾਂ ਦੇ ਅੰਦਰੋਂ ਬਕਾਰ ਮਿਟਾ ਕੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਨੇ ਤੇ ਸਭ ਧੀ ਭੈਣ ਦੀ ਇੱਜ਼ਤ ਕਰਨ ਵਾਲੇ ਬਣਾਤਾ ਸੀ। ਐਸੇ ਮਹਾਂਪੁਰਖ ਹੁੰਦੇ। ਚੌਥਾ ਲੱਛਣ ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਹਨ। ਪਰਮੇਸ਼ਰ ਦੇ ਜਸ ਦਾ ਉਹ ਭੋਜਨ ਕਰਦੇ ਆ, ਹਰ ਵੇਲੇ ਉਹਦਾ ਜਸ ਕਰਦੇ ਆ। ਆਖਾਂ ਜਿਵਾਂ ਬਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾ। ਭੋਜਨ ਜਿਹੜਾ ਗੋਪਾਲ ਦਾ ਕੀਰਤਨ ਹੈ ਉਹਨਾਂ ਦਾ ਭੋਜਨ ਹੈ, ਕਿਉਂਕਿ ਮਾਇਆ ਤੋਂ ਉਹ ਰਹਿਤ ਹੁੰਦੇ। ਐਸੇ ਅਸੰਗਿਆ ਮਾਇਆ ਵਿੱਚ ਹਮੇਸ਼ਾ ਹੀ ਨਿਰਲੇਪ ਰਹਿੰਦੇ ਆ। ਜੜ ਚੇਤਨ ਮਾਇਆ ਦਾ ਉਹਨਾਂ 'ਤੇ ਕੋਈ ਪ੍ਰਭਾਵ ਨਹੀਂ ਹੁੰਦਾ ਹੈ। ਔਰ ਜਿਵੇਂ ਜਲ ਵਿੱਚ ਕਮਲ ਰਹਿੰਦਾ, ਪਾਣੀ ਤੋਂ ਨਿਰਲੇਪ ਰਹਿੰਦਾ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ। ਇਸ ਤਰ੍ਹਾਂ ਉਹਨਾਂ ਦੀ ਅਵਸਥਾ ਮਹਾਂਪੁਰਖਾਂ ਦੀ ਹੁੰਦੀ ਹੈ। ਪੰਜਵਾਂ ਲੱਛਣ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ, ਸ਼ਤਰੂ ਤੇ ਮਿੱਤਰ ਨੂੰ ਇੱਕ ਸਮਾਨ ਉਪਦੇਸ਼ ਕਰਦੇ। ਕਿਸੇ ਨਾਲ ਦਵੈਸ਼ ਨਹੀਂ, ਕਿਸੇ ਨਾਲ ਈਰਖਾ ਨਹੀਂ, ਸਭ ਨੂੰ ਆਪਣਾ ਆਪਾ ਜਾਣ ਕੇ ਸਭ ਦੇ ਭਲੇ ਦਾ ਉਪਦੇਸ਼ ਕਰਦੇ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਚੋਰ ਕੌਣ ਹੈ, ਸਾਧ ਕੌਣ ਹੈ, ਬੁਰਾ ਕੌਣ, ਭਲਾ ਕੌਣ ਹੈ, ਸਭ ਜਾਣਦੇ ਆ, ਪਰ ਆਪਣੀ ਬਿਰਤੀ ਨੂੰ ਇੰਨਾ ਉੱਚਾ ਰੱਖਦੇ ਆ, ਸਭ ਦੇ ਭਲੇ ਦਾ ਉਪਦੇਸ਼ ਕਰਦੇ। ਬੜੇ ਬੜੇ ਖੂਨਖਾਰ ਡਾਕੂ ਵੀ ਆ ਕੇ ਉਹਨਾਂ ਦੀ ਸੰਗਤ ਸੁਧਰ ਜਾਂਦੇ ਆ। ਉਹਨਾਂ ਦਾ ਦਰਸ਼ਨ ਹੀ ਐਸਾ, ਦਰਸ਼ਨ ਕਰਕੇ ਬਾਦ ਕੈ ਸੰਗ ਨਹੀਂ ਕਸ਼ਕਾਲ, ਦਰਸ਼ਨ ਪੇਟ ਤੋਂ ਹੋਤ ਨਿਹਾਲ। ਸ਼ਤਰੂ ਮਿੱਤਰ ਨੂੰ ਇੱਕੋ ਜਿਹਾ ਉਪਦੇਸ਼ ਕਰਦੇ ਆ, ਕਿਉਂਕਿ ਇੱਕੋ ਪਰਮੇਸ਼ਰ ਦੀ ਭਗਤੀ ਦੇ ਵਿੱਚ ਉਹ ਸ਼ਰਧਾਵਾਨ ਹੈ। ਹਾਂਜੀ, ਹਰ ਵੇਲੇ ਉਹਦੀ ਭਗਤੀ ਦੇ ਵਿੱਚ ਹੀ ਲੀਨ ਰਹਿੰਦੇ ਆ। ਬਾਦ ਵਿਵਾਦ ਝਗੜਿਆਂ 'ਚ ਨਹੀਂ ਪੈਂਦੇ, ਹਰ ਵੇਲੇ ਆਨੰਦ ਸਰੂਪ ਪਰਮੇਸ਼ਰ ਦੀ ਬੰਦਗੀ ਕਰਦੇ ਹਨ। ਇਹ ਪੰਜਵਾਂ ਲੱਛਣ ਉਹਨਾਂ ਦਾ ਦੱਸਿਆ। ਛੇਵਾਂ ਲੱਛਣ ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਹਨ। ਪਰਾਈ ਜਿਹੜੀ ਨਿੰਦਿਆ ਉਹ ਕੰਨਾਂ ਨਾਲ ਨਹੀਂ ਸੁਣਦੇ, ਸਗੋਂ ਆਪਾ ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ। ਇੰਨੀ ਨਿਮਰਤਾ ਉਹਨਾਂ 'ਚ ਹੁੰਦੀ ਹੈ। ਔਰ ਕਹਿੰਦੇ ਇਹ 6 ਲੱਛਣ ਪੂਰਨ ਪੁਰਖਾਂ ਦੇ ਸਹਿਜ ਕੀਰਤੀ ਦੇ ਵਿੱਚ ਇਸ ਸ਼ਲੋਕ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਵਰਣਨ ਕੀਤੇ ਹਨ। ਔਰ ਕਿ ਇਸ ਕਰਕੇ ਕਿ ਗੁਰੂ ਸੱਚੇ ਪਾਤਸ਼ਾਹ ਐਸੇ ਹੈ। ਔਰ ਜਿਹਨੂੰ ਕਹਿੰਦੇ ਆ ਹਾਂਜੀ ਕਿ ਗੁਰੂ ਨਾਨਕ ਸਾਹਿਬ ਜੀ ਤੇ ਸਾਧੂ ਸੱਜਣ ਨਾਮ ਜਿਹੜੇ ਆ ਉਹ ਬਖਸ਼ਦੇ ਆ। ਕਿ ਉਹ ਸੰਤਾਂ ਦਾ ਕੰਮ ਕੀ ਹੈ, ਉਹ ਹਮੇਸ਼ਾ ਹਰੇਕ ਦਾ ਭਲਾ ਸੋਚਦੇ ਆ, ਸਭ ਨੂੰ ਨਾਮ ਦੀ ਦਾਤ ਬਖਸ਼ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਦਿੰਦੇ ਆ। ਕਿਉਂਕਿ ਇਹਨਾਂ ਮਹਾਂਪੁਰਖਾਂ ਦੇ ਐਸੇ ਲੱਛਣ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਆਪ ਆਪਣੀ ਰਸਨਾ ਨਾਲ ਵਰਣਨ ਕੀਤੇ ਹਨ।
कि ये भी लक्षण है उन्होंने। आपा भाव त्याग के सब दे चरणों की रेणका धूड़ी बन जाते हैं, इन्नी निमरता होंगी है। ये भी लक्षण हाँ जी है पूर्ण पुरख दे, जिन्हों कहते हैं धन गुरु नानक साहब जी साधु सज्जन। हाँ जी नाम उन्होंने बख्श दे, उन्होंने साधु कह दो, सज्जन स्वरूप है, वो सब दे सज्जन है, सब दा भला करते हैं। हाँ जी इस करके महाराज सच्चे पातशाह ने ऐसी कृपा की है कि इस तरह के 6 लक्षण जोड़े मेन महाराज ने वर्णन किए हैं। खट लक्षण पूर्ण पुरख है, ये पूर्ण पुरखों के 6 लक्षण नानक नाम साध सोचने। धन गुरु नानक साहब का बख्शिया नाम जप के वो साधु जोड़े सज्जन पुरुष है, उन्होंने ऐसे ये लक्षण महाराज ने कृपा करके वर्णन किए है। तो उन्हों तो भरोसाए हुए अज असी संत बाबा माझा सिंह जी जिन्होंने 32 साल धन धन बाबा करम संगीत संगत की और 18 साल बाबा आया सिंह जी की, 22 साल बाबा राम सिंह जी की संगत सेवा मिली और 84 साल की उम्र च उन्होंने फिर उस पोती मरदान डेरे की संगतां ने महंती की दस्तार बख्शिश की। ते जिन्ना चिर पाकिस्तानी बनया ते होती मरदान डेरे आप जी सेवा करते रहे। उस तो बाद फिर बाबा साहब सिंह जी उन्होंने नाल सेवा निभाते रहे। तो जदों पाकिस्तान बन गया तो फिर महापुरख हरेरू साहब संत बाबा भगवान सिंह जी के कोल आ गए। उत्थे फिर कोई समा बतीत किया तो संत बाबा ज्वाला सिंह जी भी कहते रहे कि स्थान तुहाडा ही है, कि आप जिमें मर्जी इत्थे आप रहो। और फिर उतों मकसूदपुर पिंड दियां संगतां ने जानिया कि बाबा जी का जन्म रगड़िया तो महापुरुषों नूं बेनती करके फिर वो मकसूदपुर लै आए। इत्थे फिर महापुरुषों ने ता जिंदगी इस स्थान की सेवा की। धन धन साहब श्री गुरु ग्रंथ साहब महाराज प्रकाशमान करके इलाके दे विच बेअंत गुरसिखां नूं नाम बाणी नाल जोड़िया। जिहड़े लोग उन्होंने खोटा सारा कहते सी, जदों धन धन बाबा करम सिंह जी महाराज की कृपा नूं उन्हां दा तेज प्रताप देखिया कि अज धन धन गुरु नानक पातशाह जी, धन धन साहब श्री गुरु गोबिंद सिंह जी, धन धन गुरु ग्रंथ साहब की कृपा नाल 24 घंटे नाम बाणी के प्रवाह चलते हैं, लंगर चलते हैं, दीवान सजते हैं, कथा कीर्तन होंगे हैं। और उन्होंने संगत करके किनिया संगतां नूं अपने जो मंगे ठाकर अपने ते सोई सोई देवे। नानक दास मुख ते जो बोले इहां उहां सच होवे। सोना महापुरखों ने बड़ा लम्मा समा इस इलाके सेवा की। संत बाबा प्रेम सिंह मराले वाले पाकिस्तान तो आके उन्होंने भी इस इलाके बड़ियां सेवा कीतियां ते और पंथ दे विच उन्होंने बड़ा सत्कार प्यार मान जड़ा खटिया। सो समय की खेल है कि राम गयो रावण गयो जाको बहु परिवार, कह नानक थिर कछ नहीं, सुपने ज्यों संसार। जो आया सो चल सी, सब कोई आई वारी है। क्योंकि काल पै ब्रह्मा बवतरा, काल पै शिव जी अवतरा, काल पै कर विष्णु प्रकाशा, सकल काल का किया तमाशा।
ਤੇ ਮਹਾਂਪੁਰਖਾਂ ਦੀ ਜਿੰਨੀ ਜਿੰਨੀ ਸੇਵਾ ਲੱਗੀ ਹੁੰਦੀ ਹੈ ਉਹ ਆਪਣੀ ਸੇਵਾ ਨਿਭਾਉਂਦੇ ਆ, ਕਿਉਂਕਿ ਅਕਾਲ ਪੁਰਖ ਦੇ ਭੇਜੇ ਹੋਏ ਉਹ ਸੰਸਾਰ ਤੇ ਆਉਂਦੇ ਆ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਸੀ, ਜਿਨ੍ਹਾਂ ਨੂੰ ਨਹੀਂ ਆਪਣੇ ਲੋਕ ਖਿੱਚਣ ਉਹਨਾਂ ਦੇ ਖੰਭ ਕੱਟ ਦਿੰਦੇ ਆ। ਭਾਵ ਉਹਨਾਂ ਦਾ ਆਸਰਾ ਨਹੀਂ ਰਹਿੰਦੇ। ਜਦੋਂ ਦੇਖਦੇ ਹੁਣ ਮੇਰਾ ਕੋਈ ਆਸਰਾ ਨਹੀਂ, ਫਿਰ ਉਹ ਗੁਰੂ ਘਰ ਦਾ ਆਸਰਾ ਲੈਂਦਾ, ਤੇ ਗੁਰੂ ਘਰ ਨੇ ਆਸਰਿਆਂ ਦਾ ਆਸਰਾ, ਤੇ ਗੁਰੂ ਘਰ ਦੀ ਕਿਰਪਾ ਨਾਲ ਉਹ ਕਿਸ ਮੰਜ਼ਿਲ ਤੇ ਪਹੁੰਚ ਗਿਆ ਉਹ ਸਾਰੀ ਸੰਗਤ ਜਾਣਦੀ ਹੈ। ਕਿਉਂਕਿ ਗੁਰੂ ਦਾ ਜਸ ਕਰਨੇ ਨਾ ਸੂਈ ਮਹੱਲਾ ਪੰਜਵਾ, ਗੁਰੂ ਆਪਣੇ ਉੱਪਰ ਬਲ ਜਾਈਏ, ਆਠ ਫਿਰ ਹਰ ਹਰ ਜਸ ਗਾਈਏ, ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਘਟਾ ਦਾ ਅੰਤਰ ਜਾਮੇ, ਰਾਹੁ ਚਰਨ ਕਮਲ ਸੋ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਜਾਹੀ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸਾਧ ਰਵਾਲਾ। ਕਿਉਂਕਿ ਸੰਤਾਂ ਦੀ ਧੂੜੀ ਵਿੱਚ ਇੰਨਾ ਬਰਕਤ ਆ ਕਿ ਜਿਸ ਨੂੰ ਖੋਟਾ ਸਾਰਾ ਕਹਿੰਦੇ ਸੀ, ਉਹ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਕਿੱਡੀ ਮਹਾਨ ਪਦਵੀ ਦੇ ਉਹ ਮਾਲਕ ਬਣ ਗਏ। ਬਾਬਾ ਜੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਸੰਗਤਾਂ ਦੀ ਸੰਗਤ ਕਰਕੇ ਇਨਸਾਨ ਕਿੱਡੀ ਉੱਚੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ, ਜੇ ਪੂਰਨ ਮਹਾਂਪੁਰਖਾਂ ਦੀ ਸ਼ਰਨ ਮਿਲ ਜਾਏ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀਆਂ ਮਹਾਨ ਕਿਰਪਾ ਕੀਤੀਆਂ ਕਿ ਇਹ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਦੀ ਹੋਤੀ ਮਰਦਾਨ ਦੀ ਸੰਪਰਦਾ, ਜੇ ਤੋਂ ਬੇਅੰਤ ਮਹਾਂਪੁਰਖ ਜਿਹੜੇ ਹੈ ਭਰੋਸਾਏ ਹੈ। ਤੇ ਸੰਤ ਬਾਬਾ ਰੋਸ਼ਨ ਸਿੰਘ ਜੀ, ਇਹਨਾਂ ਦੇ ਪਿਤਾ ਸਰਦਾਰ ਗਿਆਨ ਸਿੰਘ ਜੀ ਮੁਜ਼ੱਫਰਾਬਾਦ ਦੇ ਇਲਾਕੇ ਜਿਨ੍ਹਾਂ ਦਾ ਪਿੰਡ ਸਨੀਜੀ ਸੀ, ਔਰ ਇਹ ਅਲੀ ਵੇਗ ਸੰਤ ਬਾਬਾ ਸੁੰਦਰ ਸਿੰਘ ਦੀ ਸ਼ਰਨ ਵਿੱਚ ਗਏ। ਇਹਨਾਂ ਦੀ ਮਾਤਾ ਛੋਟੇ ਹੁੰਦੇ ਸਰੀਰ ਤਿਆਗ ਗਏ ਸੀ। ਉੱਥੋਂ ਫਿਰ ਹੋਤੀ ਮਰਦਾਨ ਦੀ ਮਹਿਮਾ ਸੁਣੀ। ਫਿਰ ਭਾਈ ਗਿਆਨ ਸਿੰਘ ਜੀ ਬਾਬਾ ਰੋਸ਼ਨ ਚਤਰ ਨੂੰ ਲੈ ਕੇ ਹੋਤੀ ਮਰਦਾਨ ਆ ਗਏ। ਉੱਥੇ ਗਿਆਨੀ ਹਰੀ ਸਿੰਘ ਜੀ ਤੋਂ, ਜੋ ਬਾਬਾ ਅਮੀਰ ਸਿੰਘ ਜੀ ਦੇ ਵਿਦਿਆਰਥੀ ਸੀ, ਧੰਨ ਧੰਨ ਬਾਬਾ ਆਇਆ ਸਿੰਘ ਜੀ ਦੇ ਸ਼ਿਸ਼ ਸੀਗੇ, ਉਹਨਾਂ ਤੋਂ ਇਹਨਾਂ ਨੇ ਫਿਰ ਆਪਣੇ ਪਾਠ ਦੀ ਸੰਥਿਆ ਔਰ ਕੀਰਤਨ ਦੀ ਦਾਤ ਜਿਹੜੀ ਹੈ ਪ੍ਰਾਪਤ ਕੀਤੀ ਹੈ। ਤੇ ਫਿਰ ਇੱਕ ਸਮੇਂ ਐਸਾ ਹੋਇਆ ਕਿ ਜਦੋਂ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਲਾਲ ਸਿੰਘ ਜੀ, ਧੰਨ ਧੰਨ ਬਾਬਾ ਆਇਆ ਸਿੰਘ ਜੀ, ਉਹਨਾਂ ਤੋਂ ਬਾਅਦ ਸੰਤ ਰਾਮ ਸਿੰਘ ਜੀ ਆਏ। ਤੇ ਉਸ ਵੇਲੇ ਫਿਰ ਆਪਣੇ ਸੰਤ ਰਾਮ ਸਿੰਘ ਜੀ 27 ਪੋਹ ਸੰਮਤ 1999 ਪੋਹਬਦੀ ਏਕਮ ਮੰਗਲਵਾਰ ਜਦੋਂ ਸਰੀਰ ਤੇ ਆ ਗਿਆ ਸੀ, ਤੇ ਬਾਬਾ ਮਾਝਾ ਸਿੰਘ ਉੱਥੇ ਦੀ ਮਹੰਤੀ ਦੀ ਦਸਤਾਰ ਸਰਬਸੰਮਤੀ ਦੇ ਨਾਲ ਸੰਗਤਾਂ ਨੇ ਦਿੱਤੀ। ਉਹਨਾਂ ਤੋਂ ਬਾਅਦ ਇਹ ਡੇਰੇ ਦੀ ਸੇਵਾ ਨਿਭਾਉਂਦੇ ਰਹੇ। ਤੇ ਇੱਕ ਵਾਰੀ ਐਸਾ ਹੋਇਆ ਕਿ ਡੇਰੇ ਵਿੱਚ ਡਾਕਾ ਪਿਆ, ਤੇ ਸੰਤ ਬਾਬਾ ਰੋਸ਼ਨ ਸਿੰਘ ਦੇ ਸਤਿਕਾਰਯੋਗ ਪਿਤਾ ਭਾਈ ਗਿਆਨ ਸਿੰਘ ਜੀ ਉੱਥੇ ਸ਼ਹੀਦ ਹੋ ਗਏ, ਤੇ ਬਾਬਾ ਮਾਝਾ ਸਿੰਘ ਜੀ ਸੁਰੱਖਿਅਤ ਜਗ੍ਹਾ ਚਲੇ ਗਏ, ਬਚਾਅ ਹੋ ਗਿਆ। ਤੇ ਬਾਬਾ ਮਾਝਾ ਸਿੰਘ ਜੀ ਨੇ ਫਿਰ ਇਹਨਾਂ ਦੋਹਾਂ ਭਰਾਵਾਂ ਦੀ ਪਾਲਣਾ ਪੋਸ਼ਣ ਆਪ ਕੀਤੀ। ਗਿਆਨੀ ਜੀ ਤੋਂ ਸੰਤਾਂ ਨੇ ਪਾਠ ਦੀ ਸੰਥਿਆ ਕੀਰਤਨ ਦੀ ਦਾਤ ਦਵਾਈ, ਔਰ ਅਕਾਲ ਪੁਰਖ ਬੇਨਤੀ ਕਰਨੀ ਕਿ ਮੇਰੇ ਰੋਸ਼ਨ ਨੂੰ ਸੁੰਦਰ ਗਲਾ ਦਿਓ ਤਾਂ ਜੋ ਗੁਰੂ ਨਾਨਕ ਸਾਹਿਬ ਦਾ ਜਸ ਕਰੇ। ਤੇ ਆਪਣੇ ਸਰੀਰ ਦੇ ਹੁੰਦਿਆਂ 1969 ਈਸਵੀ ਅਸੂਬ ਦੀ 10ਵੀਂ ਜਦੋਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੁੰਦਾ ਹੈ, ਬਾਬਾ ਰੋਸ਼ਨ ਸਿੰਘ ਜੀ ਨੂੰ ਉਹਨਾਂ ਨੇ ਮਹੰਤੀ ਦੀ ਦਸਤਾਰ ਜਿਹੜੀ ਸੀ
ਸੰਗਤਾਂ ਦੀ ਸੰਮਤੀ ਨੂੰ ਇਕੱਠ ਵਿੱਚ ਬਖਸ਼ ਦਿੱਤੀ ਸੀ ਤੇ ਆਪ ਬਾਬਾ ਮਾਝਾ ਸਿੰਘ ਜੀ ਆਪਣਾ 4 ਮਾਘ 1970 ਦੇ ਵਿੱਚ ਸਮਾ ਗਏ ਸੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ज्योति ज्योतिर् संपूर्ण थी आराम। और जो जल में जलाए खटाना, त्यों ज्योति संग ज्योत समाना, मिट गया गगन पाए विश्राम, नानक प्रभु कै सद कुरबान। जिमें बड़े महापुरख धन धन बाबा करम सिंह जी, बाबा आया सिंह जी, बाबा लाल सिंह जी, बाबा राम सिंह, उन्हों का जल प्रवाह अपने सैदू आटक दरिया ਕੀਤਾ ਗਿਆ ਸੀ ਤੇ ਬਾਬਾ ਮਾਝਾ ਸਿੰਘ ਦਾ ਬਿਆਸ ਦਰਿਆ ਦੇ ਵਿੱਚ ਜਲ ਪ੍ਰਵਾਹ ਕੀਤਾ ਗਿਆ ਤੇ ਬਾਬਾ ਰੋਸ਼ਨ ਸਿੰਘ ਜੀ ਨੇ ਵੀ ਦੇਸਾਂ ਪ੍ਰਦੇਸਾਂ 'ਚ ਕਥਾ ਕੀਰਤਨ ਦੁਆਰਾ ਬੇਅੰਤ ਪ੍ਰਚਾਰ ਕੀਤਾ। ਬਹੁਤ ਸਾਰੇ ਧਾਰਮਿਕ ਸਥਾਨ ਔਰ ਵਿਦਿਅਕ ਅਦਾਰੇ, ਹਸਪਤਾਲ ਵਗੈਰਾ ਕਾਫੀ ਸੇਵਾ ਕੀਤੀਆਂ, ਜਿਹੜੇ ਉਹ ਅਦਾਰੇ ਅੱਜ ਵੀ ਚੱਲ ਚਲਾ ਰਹੇ ਆ। ਬੇਅੰਤ ਬੱਚੇ ਵਿਦਿਆ ਲੈ ਕੇ ਦੇਸਾਂ ਪ੍ਰਦੇਸਾਂ 'ਚ ਮਾਣ ਸਤਿਕਾਰ ਪ੍ਰਾਪਤ ਕਰ ਰਹੇ ਆ। ਤੇ ਸੰਤ ਬਾਬਾ ਰੋਸ਼ਨ ਸਿੰਘ ਜੀ ਦੇ ਨਾਲ ਸੰਤ ਬਾਬਾ ਹਜ਼ਾਰਾ ਸਿੰਘ, ਜਿਹੜੇ ਬਚਪਨ 'ਚ ਹੀ ਬਾਬਾ ਮਾਝਾ ਸਿੰਘ ਦੇ ਚਰਨਾਂ 'ਚ ਆਏ ਸੀ ਤੇ ਬਹੁਤ ਵੱਡੀਆਂ ਘਾਲਣਾ, ਵੱਡੀਆਂ ਸੇਵਾ ਕੀਤੀਆਂ। ਕਿਉਂਕਿ ਸੰਤ ਰੋਸ਼ਨ ਸਿੰਘ ਜੀ ਧਰਮ ਪ੍ਰਚਾਰ ਵਿੱਚ ਰਹੇ। ਬਾਬਾ ਹਜ਼ਾਰਾ ਸਿੰਘ ਜੀ ਡੇਰੇ ਦੀ ਖੇਤੀ ਔਰ ਇਮਾਰਤਾਂ ਦੀਆਂ ਸੇਵਾਵਾਂ, ਲੰਗਰਾਂ ਦੀਆਂ ਸੇਵਾਵਾਂ, ਸਾਰੀਆਂ ਸੇਵਾਵਾਂ ਬੜੀਆਂ ਤਨਦੇਹੀ ਦੇ ਨਾਲ ਨਿਭਾਉਂਦੇ ਰਹੇ। ਉਹਨਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਬਾਬਾ ਰੋਸ਼ਨ ਸਿੰਘ ਜੀ ਨੇ ਸੰਗਤਾਂ ਦੇ ਇਕੱਠ ਵਿੱਚ ਆਪਣੇ ਜੀਵਨ ਕਾਲ 'ਚ ਉਹਨਾਂ ਨੂੰ ਦਸਤਾਰਬੰਦੀ ਦਿੱਤੀ ਸੀ। ਪਰ ਜੋ ਮਹਾਰਾਜ ਨੂੰ ਭਾਉਂਦਾ ਉਹੀ ਕੁਝ ਹੁੰਦਾ। ਤੇ ਸੰਤ ਹਜ਼ਾਰਾ ਸਿੰਘ ਜੀ ਪਹਿਲਾਂ ਹੀ ਸਰੀਰ ਤਿਆਗ ਗਏ, ਪਰ ਸੰਤ ਬਾਬਾ ਰੋਸ਼ਨ ਸਿੰਘ ਜੀ ਨੂੰ ਇਹੋ ਜਿਹਾ ਨਿਸ਼ਕਾਮ ਸੇਵਾਦਾਰ ਮਿਲਣਾ ਦੁਰਲੱਭ ਹੈ। ਕਿਉਂਕਿ ਸੰਤ ਹਜ਼ਾਰਾ ਸਿੰਘ ਜੀ ਨੂੰ ਵੀ ਅਸੀਂ ਸਦਾ ਚੇਤੇ ਕਰਾਂਗੇ। ਉਹਨਾਂ ਨੂੰ ਵੀ ਅਸੀਂ ਨਮਨ ਕਰਦੇ ਹਾਂ ਕਿ ਜਿਨ੍ਹਾਂ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪੇੜ ਮਲਿਆ। ਸੋ ਇਸ ਵਾਸਤੇ ਬਾਬਾ ਰੋਸ਼ਨ ਸਿੰਘ ਨੂੰ 68 ਵਿੱਚ ਇਹ ਡੇਰੇ ਦੀ ਸੇਵਾ ਬਾਬਾ ਮਾਝਾ ਸਿੰਘ ਜੀ ਦੇ ਗਏ ਸੀ। ਉਹਨਾਂ ਨੇ ਵਚਨ ਨਿਭਾਇਆ ਕਿ ਭਾਈ ਗਿਆਨ ਸਿੰਘ ਨੇ ਮੇਰੇ ਲਈ ਸ਼ਹੀਦੀ ਦਿੱਤੀ ਹੈ। ਇਹਨਾਂ ਦੋਹਾਂ ਭਰਾਵਾਂ ਦੀ ਆਪ ਸੇਵਾ ਸੰਭਾਲ ਕੀਤੀ। ਔਰ ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਐਸੀ ਲਾਲ ਤੁਝ ਬਿਨ ਕਬਨ ਕਰੈ, ਗਰੀਬ ਨਵਾਜ ਗਸਾਈਆਂ ਮੇਰਾ ਮੱਥ ਹੈ ਛਤਰ ਤਰੈ। ਬਰਾਦਰੀ ਵਾਦ ਵੱਲ ਨਹੀਂ ਗਏ। ਉਹਨਾਂ ਨੇ ਸਿਰਫ ਭਾਈ ਗਿਆਨ ਸਿੰਘ ਦੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਸੰਤ ਰੋਸ਼ਨ ਸਿੰਘ ਨੂੰ ਆਪ ਵਿਦਿਆ ਦਾ ਦਾਨ ਔਰ ਆਪ ਬੱਚਿਆਂ ਵਾਂਗ ਪਾਲਣਾ ਕੀਤੀ। ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧੂ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ। ਤਾਂ ਪਾਓ ਕਿਹਾ ਕਾੜਾ ਜਿਓ ਕਿ ਜਦੋਂ ਪਾਕਿਸਤਾਨ ਬਣਿਆ ਸੰਤ 17-18 ਸਾਲ ਦੀ ਉਮਰ ਸੀ। ਅੱਜ ਹੁਣ ਬਿਰਧ ਹੋ ਗਿਆ। ਉਹਨਾਂ ਦੀ ਦੇਖ ਰੇਖ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਰ ਸੰਗਰਾਮ 'ਤੇ ਵੀ ਇਕੱਠ ਹੁੰਦੇ ਆ ਤੇ ਦੇਸਾਂ ਪ੍ਰਦੇਸਾਂ ਵੀ ਸੰਤ ਬਹੁਤ ਪ੍ਰਚਾਰ ਕਰਦੇ ਰਹੇ। ਹੁਣ ਸਰੀਰ ਬਿਰਧ ਹੋਣ ਕਰਕੇ ਮਜਬੂਰੀ ਹੈ ਤੇ ਮਨ ਤੇ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਉਹਨਾਂ ਦਾ ਬੜਾ ਪਿਆਰ ਆ। 9 ਪ੍ਰਕਾਰ ਦੀ ਭਗਤੀ ਹੈ, ਉੱਚ ਕੀਰਤਨ ਭਗਤੀ ਹੈ ਤੇ ਸੰਤਾਂ ਦਾ ਕੀਰਤਨ ਭਗਤੀ ਨਾਲ ਬੜਾ ਪਿਆਰ ਹੈ। ਉਹਨਾਂ ਨੇ ਵੀ ਬੜਾ ਗੁਰਮਤਿ ਦਾ ਪ੍ਰਚਾਰ ਕੀਤਾ। ਸੰਗਤਾਂ ਉਹਨਾਂ ਦਾ ਸਤਿਕਾਰ ਪਿਆਰ ਕਰਦੀਆਂ। ਤੇ ਅੱਜ ਧੰਨ ਧੰਨ ਬਾਬਾ ਮਾਝਾ ਸਿੰਘ ਜੀ ਦੀ ਬਰਸੀ, ਉਹਨਾਂ ਦੇ ਜਨਮ ਨਗਰ ਜੋ ਧੰਨ ਧੰਨ ਬਾਬਾ ਕਰਮ ਸਿੰਘ ਜੀ ਦੇ ਨਾਂ 'ਤੇ ਡੇਰਾ ਬਾਬਾ ਕਰਮ ਸਿੰਘ ਜੋਤੀ ਮੈਦਾਨ ਕਾਇਮ ਕੀਤਾ, ਮਨਾਈ ਜਾ ਰਹੀ ਹੈ। ਬੇਅੰਤ ਸੰਗਤਾਂ ਨਤਮਸਤ ਹੋ ਕੇ ਲਾਭ ਲੈ ਰਹੀਆਂ। ਭਾਵੇਂ ਕਰੋਨੇ ਦੀ
ਬਿਮਾਰੀ ਹੈ, ਸੀਤ ਠੰਡੀ ਵੀ ਬਹੁਤ ਆ, ਜਿਹਦੇ ਕਰਕੇ ਹਰ ਇੱਕ ਬੰਦਾ ਬੜਾ ਭੈ ਪੀਤਿਆ। ਫਿਰ ਵੀ ਸ਼ਰਧਾਵਾਨ ਸੰਗਤਾਂ ਆ ਕੇ ਮਹਾਂਪੁਰਖਾਂ ਦੇ ਤਪ ਸਥਾਨ ਨੂੰ ਨਮਸਕਾਰ ਕਰਦੀਆਂ ਔਰ ਤੇ ਬਾਬਾ ਕਰਮ ਸਿੰਘ ਸਾਹਿਬ ਜੀ ਦੇ ਘਰੋਂ ਦਾਤਾਂ ਲੈਣੀਆਂ। ਮਹਾਂਪੁਰਖਾਂ ਦੀ ਯਾਦ ਵਿੱਚ ਬੇਅੰਤ ਪਾਠਾਂ ਦੀਆਂ ਲੜੀਆਂ ਚੱਲੀਆਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਰੋਸ਼ਨ ਸਿੰਘ ਉਦਮ ਪ੍ਰਚਾਰਤ ਕਰਕੇ ਇਹ 4 ਮਾਘ ਦੀ ਮਹਾਂਪੁਰਖਾਂ ਦੀ ਬਰਸੀ ਦਾ ਸਮਾਗਮ ਮਨਾਇਆ ਜਾ ਰਿਹਾ। ਗੁਰੂ ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਗੁਰੂਆਂ ਦੇ ਗੁਰਪੁਰਬ ਔਰ ਸ਼ਹੀਦਾਂ ਦੇ ਸ਼ਹੀਦੀ ਜੋੜ ਮੇਲੇ ਮਹਾਂਪੁਰਖਾਂ ਦੀਆਂ ਬਰਸੀਆਂ ਮਨਾ ਕੇ ਅਸੀਂ ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰਦੇ ਰਹੀਏ। ਕਿਉਂਕਿ ਸੰਸਾਰ ਦਾ ਪ੍ਰਵਾਹ ਜਿਹੜਾ ਇਸ ਤਰ੍ਹਾਂ ਚੱਲਦਾ, ਜਿਵੇਂ ਦਰਿਆ 'ਚ ਪਾਣੀ ਆਈ ਜਾਂਦਾ, ਲਹਿਰਾਂ ਜਾਈ ਜਾਂਦੀਆਂ, ਹੋਰ ਪਿੱਛੇ ਆਈ ਜਾਂਦੀਆਂ, ਇਸੇ ਤਰ੍ਹਾਂ ਹੀ ਆ। ਜਿਵੇਂ ਮਹਾਰਾਜ ਨੇ ਸੂਹੀ ਰਾਗ 'ਚ ਕਿਹਾ, ਸੂਹੀ ਮਹੱਲਾ ਪੰਜਵਾ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮਨ ਜਨ ਸੇਵਾ, ਜੀਵਤ ਪੇਖੇ ਜਿਨੇ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ। ਰਹਾਉ ਬਾਦ ਸਾਸਾ ਬਾ ਭਾਰੀ ਮਰਨਾ, ਜੋ ਦਿਸੈ ਸੋ ਖਲ ਹੈ ਕਰਨਾ, ਕੂੜੇ ਮੋਹੇ ਲਪਟ ਲਪਟਾਨਾ, ਛੋਟ ਚਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਦਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਕਿਉਂਕਿ ਸੰਸਾਰ ਦੇ ਉੱਤੇ ਆ ਕੇ ਚਾਹੇ ਸੋਰਿਆ ਚਾਹੇ ਨਾਰਿਆ ਚਾਹੇ ਦੇਵਤਾ ਕੋਈ ਵੀ ਹੈ, ਇੱਕ ਦਿਨ ਰਹਿਣਾ ਨਹੀਂ ਪਾਉਂਦੇ, ਜਾਣਾ ਹੀ ਪੈਂਦਾ। ਇਹ ਕਾਲ ਦਾ ਐਸਾ ਚੱਕਰ ਹੈ। ਕਹਿੰਦੇ ਫਿਰ ਊਠ ਸੁਧਾਰੇ ਕਰ ਮਨ ਜਨ ਸੇਵਾ, ਮੁਨੀ ਜਿਹੜੇ ਮਨਨਸ਼ੀਲ ਮਹਾਤਮਾ ਜਨ ਸੇਵਕ ਆ, ਸੇਵਾ ਕਰਕੇ ਉਹ ਵੀ ਇੱਕ ਦਿਨ ਉੱਠ ਜਾਂਦੇ, ਸੁਧਾਰੇ ਚਲੇ ਜਾਂਦੇ ਆ। ਜੀਵਤ ਵੇਖਿਆ ਜਿਹਨੇ ਹਰ ਹਰ ਧਿਆਇਆ, ਜਿਹਨੇ ਜੀਂਦਿਆਂ ਹੀ ਉਸ ਅਕਾਲ ਪੁਰਖ ਦਰਸ਼ਨ ਕੀਤਾ ਔਰ ਪਰਮੇਸ਼ਰ ਦੇ ਹਰੀ ਹਰ ਨਾਮ ਨੂੰ ਧਿਆਇਆ ਹੈ, ਉਹ ਧਨਤਾ ਜੋਗ ਆ। ਬਾਕੀ ਸੰਸਾਰ ਜਨ ਉਹ ਮਾਇਆ ਪਦਾਰਥਾਂ ਦੇਸ਼ਾਨੰਦ ਵਿੱਚ ਹੈ, ਕੋਈ ਭੋਗਾਨੰਦ ਵਿੱਚ ਹੈ, ਕੋਈ ਜੋਗਾਨੰਦ 'ਚ ਹੈ, ਪਰ ਉਹ ਮਹਾਂਪੁਰਖ ਬ੍ਰਹਮਾਨੰਦ ਵਿੱਚ ਰਹਿੰਦੇ ਆ, ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ। ਸਾਧ ਸੰਗਤ ਨੇ ਦਰਸ਼ਨ ਪਾਇਆ, ਸਾਧੂਆਂ ਦੀ ਸੰਗਤ ਕਰਕੇ ਉਹਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ 10ਵਾਂ ਪਾਤਸ਼ਾਹ ਦਰਸ਼ਨ ਪਾਇਆ। ਅਕਾਲ ਪੁਰਖ ਦੀ ਜੋਤ ਨੂੰ ਆਪਣੇ ਹਿਰਦੇ 'ਚ ਸਾਖਿਆਤ ਕੀਤਾ, ਜਿਵੇਂ ਧੰਨ ਧੰਨ ਬਾਬਾ ਕਰਮ ਸਿੰਘ ਦੀ ਜਗ੍ਹਾ ਆਪ ਸਾਖਿਆਤ ਹੋ ਕੇ 10ਵਾਂ ਪਾਤਸ਼ਾਹ ਕਿਰਪਾ ਬਖਸ਼ਾਂ ਕਰਦੇ ਰਹੇ। ਰਹਾਉ ਵਿਸਰਾਮ ਦੇ ਕਹਿੰਦੇ ਹਨ, ਬਾਦਸ਼ਾਹ ਸਾਹਿਬ ਵਪਾਰੀ ਮਰਨਾ, ਚਾਹੇ ਕੋਈ ਬਾਦਸ਼ਾਹ ਆ, ਚਾਹੇ ਵਪਾਰੀ ਹੈ, ਚਾਹੇ ਕੋਈ ਸ਼ਾਹੂਕਾਰ ਆ, ਇੱਕ ਦਿਨ ਮਰਨਾ। ਇਹ ਨਹੀਂ ਕਿ ਮਾਇਆ ਕਰਕੇ ਧਰਮ ਰਾਜਾ ਉਹਨਾਂ ਦੀ ਲਿਹਾਰ ਕਰਦਾ ਹੈਗਾ। ਜਦੋਂ ਸਮਾਂ ਆਉਂਦਾ ਆ ਉਸ ਵੇਲੇ ਸਭ ਨੂੰ ਜਾਣਾ ਪੈਂਦਾ ਹੈ। ਸਦੇ ਉਹਦੇ ਭੇਜੇ ਜੀਵ ਆਉਂਦੇ ਆ, ਜਿਨ ਤੁਮ ਭੇਜੇ ਤਿਨੇ ਬੁਲਾਏ, ਤੁਮ ਸਹੀ ਸੇਤੀ ਕਰਿਓ। ਇੱਕ ਦਿਨ ਜਾਣਾ ਹੀ ਪੈਂਦਾ ਹੈ। ਕੋਈ ਵੀ ਸ਼ੇਖ ਹਤੀ ਜਗ ਨੂੰ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਸੇ ਕਿਤੇ ਬੈਸ ਗਿਆ। ਕਿੰਨੇ ਚਲੇ ਗਏ? ਇਸ ਵਾਸਤੇ ਜਿਵੇਂ ਪੁੱਛਿਆ ਸਮਾਨ ਫਰੀਦਾ ਕੇਵਟ ਕਹਿਣ ਗਏ, ਕਹਿੰਦੇ ਕਿੰਨੇ? ਕਹਿੰਦੇ ਕੋਈ ਅੰਤ ਹੀ ਨਹੀਂ, ਕਿੰਨੇ ਹੋ ਚਲੇ ਗਏ। ਕ੍ਰਿਸ਼ਨ ਮਾਰਨ ਕਰਨ ਨੂੰ ਗਿਆ, ਤੇਰਾ ਸੰਸਕਾਰ ਕਿੱਥੇ ਕਰੀਏ? ਕਹਿੰਦੇ ਜਿੱਥੇ ਕਿਸੇ ਦਾ ਨਾਂ ਕੀਤਾ ਹੋਵੇ। ਕਹਿੰਦੇ ਇੱਕ ਚਰਨ ਥੱਲੇ ਰਾਜ ਦਾ ਸਿਰ ਹੈ, ਇੱਕ ਥੱਲੇ ਵਜ਼ੀਰ ਦਾ। ਧਰਤੀ ਸਾਰੀ ਸ਼ਮਸ਼ਾਨ ਭੂਮੀ ਕਬਰਸਤਾਨ ਹੈ। ਕਹਿੰਦੇ ਮਹਾਰਾਜ ਤੁਸੀਂ ਫਿਰ ਕਹਿੰਦੇ ਕ੍ਰਿਸ਼ਨ ਵਿਰਾਟ ਰੂਪ ਧਾਰ ਕੇ ਹੱਥ 'ਤੇ ਚੇਖਾ ਚਣ ਕੇ ਜੋਗ ਅਗਨੀ ਦੁਆਰਾ ਕਰਨ ਦਾ ਸੰਸਕਾਰ ਕੀਤਾ ਸੀ। ਇਸ ਵਾਸਤੇ ਸੰਸਾਰ ਤਾਂ ਇਸ ਤਰ੍ਹਾਂ ਹੀ ਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇੱਕ ਦਿਨ ਤੋਂ ਵਾਰੀ ਆ ਜਾਂਦੀ ਹੈ, ਜਾਣਾ ਹੀ ਪੈਣਾ। ਪਰ ਜਿਹੜੇ ਨੇਕੀ ਕਰ ਜਾਂਦੇ ਉਹ ਚੇਤੇ ਰਹਿੰਦੇ, ਨਾਮ ਬਣੀ ਦਾ ਅਭਿਆਸ ਕਰਦੇ। ਤੇ ਬਾਕੀ ਦੁਨੀਆ ਨੂੰ ਕੌਣ ਪੁੱਛਦਾ ਹੈ? ਜੋ ਦਿਸੈ ਸੋ ਕਾਲੇ ਕਰਨਾ, ਜੋ ਵੀ ਨਜ਼ਰ ਆਇਆ ਇੱਕ ਦਿਨ ਕਾਲ ਨੇ ਖੜਨਾ, ਕਾਲ ਨੇ ਲੈ ਜਾਣਾ, ਕਾਲ ਨੇ ਉਹਨਾਂ ਨੂੰ ਖਾਰ ਦੇਣਾ, ਖਤਮ ਕਰ ਦੇਣਾ। ਕੂੜਾ ਮੋਹ ਲਪਟ ਲਪਟਾਨਾ, ਇਹ ਜਿੰਨਾ ਸੰਸਾਰ ਹੈ ਝੂਠੇ ਮੋਹ ਦੇ ਵਿੱਚ ਲਪਟਿਆ ਪਿਆ, ਹਾਂਜੀ, ਤੇ ਚਿੰਬੜਿਆ ਪਿਆ ਆ, ਹਾਂਜੀ। ਤੇ ਬਾਕੀ ਪਤਾ ਸਭ ਨੂੰ ਚਲੇ ਜਾਣਾ, ਪਰ ਅਬਰ ਮੋਹ ਕਿਆ ਸੋ ਕੀਜੈ ਤੋ ਕੀਜੈ ਜੋ ਆਪਨ ਜੀਜੈ। ਇਹ ਸਮਝਦਾ ਕਿ ਮਾਤਾ ਕਹਿੰਦੀ ਮੋਰ ਮੋਰ ਸੁਤ ਅਧਕ ਲਾਡ ਧਰ ਪੇਖਤੀ ਜਮਰਾ ਹੋਸੇ। ਮਾਂ ਕਹਿੰਦੀ ਮੇਰਾ ਪੁੱਤ ਮੇਰਾ ਪੁੱਤ। ਜਮ ਰਾਜਾ ਹਸਤਾ ਤੇਰਾ ਗੱਦਾ, ਜਿੱਦਣ ਦਾ ਜੰਮੇ ਇਹਦੀ ਉਮਰ ਵੱਧ ਨਹੀਂ ਰਹੀ ਘਟ ਰਹੀ ਹੈ। ਇਸ ਵਾਸਤੇ ਕਹਿੰਦੇ ਆ ਕਿ ਕੂੜੇ ਮੋਹ ਦੇ ਵਿੱਚ, ਹਾਂਜੀ, ਇਹ ਲਪਟਿਆ ਪਿਆ ਚਿੰਬੜਿਆ ਪਿਆ, ਹਾਂਜੀ।
ਛੋੜ ਚਲਿਆ ਤੇ ਫਿਰ ਪਛਤਾਉਣਾ, ਜਿਹੜੇ ਛੱਡ ਕੇ ਜਾਂਦਾ ਫਿਰ ਪਛਤਾਉਂਦਾ ਵੀ ਮਾਇਆ ਪਦਾਰਥ ਕਿੰਨੇ ਇਕੱਠੇ ਕੀਤੇ, ਨਾਲ ਤਾਂ ਕੋਈ ਚੀਜ਼ ਵੀ ਨਹੀਂ ਗਈ, ਤੇ ਜਿੰਨਾ ਸੰਸਾਰ ਆ ਇੱਥੇ ਹੀ ਆਪਾਂ ਛੱਡ ਕੇ ਜਾ ਰਹੇ ਹਾਂ। ਛੋੜ ਚਲਿਆ ਫਿਰ ਪਛਤਾਉਣਾ, ਕਿਉਂਕਿ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਭਜਨ ਨਹੀਂ ਕੀਤੇ, ਮਾਇਆ ਪਦਾਰਥਾਂ 'ਚ ਲੱਗੇ ਰਹੇ, ਵਿਕਾਰਾਂ 'ਚ ਲੱਗੇ ਰਹੇ, ਤੇ ਸੰਸਾਰ ਨੂੰ ਸਦਾ ਰਹਿਣ ਵਾਲਾ ਮੰਨਿਆ, ਪਰ ਇਹ ਗੰਧਰਵ ਨਗਰ ਸਦਾ ਰਹਿਣ ਵਾਲਾ ਨਹੀਂ, ਇਹ ਸਭ ਜਵਾਕ ਸਦਾ ਨਹੀਂ ਰਹਿੰਦੇ। ਜਿਹੜੇ ਛੋੜ ਕੇ ਜਾਂਦਾ ਫਿਰ ਪਛਤਾਉਂਦਾ। ਜਿਵੇਂ ਮੋਹਨ ਗਜ਼ਨਵੀ ਨੇ ਕਿੰਨੇ 17 ਹਮਲੇ ਕੀਤੇ, ਕਿੰਨੇ ਖਜ਼ਾਨੇ ਮਾਇਆ ਪਦਾਰਥਾਂ ਨੂੰ ਭਰੇ, ਕਹਿੰਦੇ ਊਠਾਂ ਤੇ ਚਾਬੀਆਂ ਲੱਦ ਹੁੰਦੀਆਂ ਸੀ ਖਜ਼ਾਨਿਆਂ ਦੀਆਂ। ਜਿਹੜੇ ਮਰ ਲਗਾ ਕਹਿੰਦਾ ਖਜ਼ਾਨੇ ਖੋਲ੍ਹ ਦਿਓ, ਤੇ ਰੋਈ ਜਾਂਦਾ। ਕਹਿੰਦੇ ਕੀ ਗੱਲ? ਕਹਿੰਦੇ ਸਾਰੀ ਜ਼ਿੰਦਗੀ ਆ ਪੱਥਰ ਰੋੜੇ ਇਕੱਠੇ ਕਰੀ ਗਿਆ, ਮਿੱਟੀ ਦੀ ਮੈਲ ਸੋਨਾ ਚਾਂਦੀ ਇਕੱਠਾ ਕਰੀ ਗਿਆ, ਖੁਦਾ ਦੀ ਬੰਦਗੀ ਨਹੀਂ ਕੀਤੀ, ਪਛਤਾਉਂਦਾ ਹੀ ਚਲੇ ਗਿਆ। ਪਰ ਜਿਹੜੇ ਨਾਮ ਜਪਦੇ ਆ ਉਹ ਫਿਰ ਆਨੰਦ ਸਰੂਪ ਦੇ ਵਿੱਚ ਹੀ ਹੈ। ਛੋੜ ਚਲਿਆ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕਰੋ ਦਾ। ਇਹ ਕਿਰਪਾ ਦੇ ਖਜ਼ਾਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ। ਜਿਵੇਂ ਮਰਦਾਨਾ ਜੀ ਕੁਰਮ ਸ਼ਹਿਰ 'ਚ ਅਰਬ ਦੇ ਗਏ, ਕਹਿੰਦੇ ਮਰਦਾਨਿਆਂ ਦੇ, ਕਹਿੰਦੇ ਮਹਾਰਾਜ ਮੇਰੇ ਹੁਣ ਗਿਣਤੀ ਦੇ ਸਵਾਸ ਰਗਾ। ਭਾਈ ਵਾਲਾ ਜੀ ਨੂੰ ਕਿਹਾ ਸ਼ਾਹ ਰੱਖ ਤੇ ਉਂਗਲ ਰੱਖ ਕੇ ਗਿਣੇ ਪੂਰੇ। ਕਹਿੰਦੇ ਮਰਦਾਨਾ ਜੀ ਤੁਹਾਡਾ ਜਲ ਪ੍ਰਵਾਹ ਕਰੀਏ, ਸੰਸਕਾਰ ਕਰੀਏ, ਧਰਤੀ ਦਵਾਈਏ, ਪਾਰਸੀਆਂ ਵਾਲਾ ਜੰਗਲ 'ਚ ਰੱਖੀਏ। ਕਹਿੰਦੇ ਮਹਾਰਾਜ ਸਰੀਰ ਮੇਰਾ ਤਾਂ ਤੁਹਾਡਾ ਹੀ ਆ, ਜਿਵੇਂ ਮਰਜ਼ੀ ਕਰੋ। ਕਹਿੰਦੇ ਸੰਸਕਾਰ ਕਰਾਂਗੇ। ਕਹਿੰਦੇ ਮਰਦਾਨਿਆਂ ਸੰਸਕਾਰ ਕਰਕੇ ਤੇਰੀ ਜਗ੍ਹਾ ਬੜਾ ਸੁੰਦਰ ਧਰਮ ਸਥਾਨ ਬਣਾ ਦਈਏ, ਨਿਸ਼ਾਨ ਚਲਾ ਦਈਏ, ਸੋਨੇ ਚਾਂਦੀਆਂ ਨਾਲ ਮੜ ਦਈਏ, ਹੀਰੇ ਜਵਾਹਰਤ ਜੜ ਦਈਏ। ਕਹਿੰਦੇ ਮਹਾਰਾਜ ਹੁਣੇ 5 ਤੱਤਾਂ ਦੀ ਮੜੋਲੀ 'ਚ ਕੱਢ ਕੇ ਮੈਨੂੰ ਪੱਥਰ ਦੀ ਮੜੋਲੀ 'ਚ ਫਸਾਉਣੇ, ਹੁਣ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਭੇਦ ਕਰ ਲਓ। ਜਿਉਂ ਜਲ ਮੰਜਲਾਏ ਖਟਾਨਾ, ਤਿਉਂ ਜੋਤੀ ਸੰਜੋ ਸਮਾਨਾ, ਮਿਟ ਗਿਆ ਗਮਨ ਪਾਏ ਬਸਰਾਮ, ਨਾਨਕ ਪ੍ਰਭ ਸਤ ਕਰੋ। ਮਹਾਰਾਜ ਕਹਿੰਦੇ ਸਵਾਦ ਆਇਆ ਮਰਦਾਨਿਆਂ ਸਾਡੀ ਸੰਗਤ ਕਰਨ ਦਾ, ਕਮਾਲ ਕਰਤੀ। ਕਹਿੰਦੇ ਮਹਾਰਾਜ ਤੁਸੀਂ ਕਮਾਲ ਕਰਨ ਵਾਲੇ ਆ, ਤੁਹਾਡੀਆਂ ਬਖਸ਼ਾਂ ਰਹਿਮਤਾਂ ਆ। ਮਹਾਰਾਜ ਬਹੁਤ ਪ੍ਰਸੰਨ ਹੋਏ। ਫਿਰ ਉੱਥੇ ਮਰਦਾਨੇ ਦੇ ਪੁੱਤਰ ਨੂੰ ਸੇਵਾ ਲਈ ਛੱਡਿਆ ਸੀ। ਇਸ ਵਾਸਤੇ ਮਹਾਰਾਜ ਕਹਿੰਦੇ ਆ ਇਹ ਕਿਰਪਾ ਦੇ ਨਿਦਾਨ ਖਜ਼ਾਨੇ ਨਾਨਕ ਕਰੋ ਦਾ। ਜਿਵੇਂ ਬਾਬਾ ਬੁੱਢਾ ਸਾਹਿਬ ਬਿਰਧ ਹੋ ਗਿਆ, 125 ਸਾਲ ਉਮਰ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ। ਬਾਬਾ ਸ਼੍ਰੀ ਚੰਦ ਆਪ ਗਏ, ਬਾਬਾ ਜੀ ਨੇ ਇਸ਼ਨਾਨ ਕੀਤਾ, ਜਪਜੀ ਪਾਠ ਕੀਤਾ। ਕਹਿੰਦੇ ਮਹਾਰਾਜ ਹੁਣ ਆ ਗਿਆ, ਕਹਿੰਦੇ ਗੁਰਮੁਖ ਆਏ ਜੈ ਨਿਸੰਗ, ਤੁਹਾਨੂੰ ਕੋਈ ਬੰਨਣ ਨਹੀਂ, ਤੁਸੀਂ ਜੀਂਦੇ ਮੁਕਤ ਆ, ਸਰੀਰ ਛੱਡ ਕੇ ਲੁਦੇ ਮੁਕਤ ਆ। ਉਸੇ ਵੇਲੇ ਮਹਾਰਾਜ ਚਰਨਾਂ ਨੂੰ ਨਮਸਕਾਰ ਕੀਤੀ, ਤੇ ਉਸੇ ਵੇਲੇ ਆਪਣੇ ਇਸ਼ਾਨ ਸਰੀਰ ਛੱਡ ਗਏ। ਛੇਵੇਂ ਪਾਤਸ਼ਾਹ ਨੇ ਆਪ ਚੇਖਾ, ਆਪ ਬਾਬਾ ਜੀ ਦਾ ਸਾਰੀ ਕਿਰਿਆ ਕੀਤੀ, ਆਪ ਕੀਰਤਨ ਸੋਲਾ ਪੜ੍ਹਿਆ। ਤੇ ਉਸ ਵੇਲੇ ਦੇਖੋ ਰਵਿਦਾਸ ਨਗਰ ਦੇ ਵਿੱਚ ਜਿੱਥੇ ਬਾਬਾ ਜੀ ਦਾ ਸਥਾਨ ਆ, ਤੇ ਬਾਬਾ ਬੁੱਢਾ ਸਾਹਿਬ ਨੂੰ ਬਹੁਤ ਵਰਦਾਨ ਮਹਾਰਾਜ ਨੇ ਦਿੱਤੇ, ਕਿਰਪਾ ਕੀਤੀ। ਇਸ ਵਾਸਤੇ ਜਿਹੜੇ ਗੁਰਮੁਖ ਆ ਉਹ ਸਦਾ ਹੀ ਆਪ, ਕਿਉਂਕਿ ਜਿਹੜਾ ਸੇਵਕ ਆ ਧੰਨ 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 ਜਨ ਆਇਆ, ਜਿਸ ਪ੍ਰਸਾਦ ਜਗਤ ਰਾਇਆ, ਜਨਵਨ ਕਹਿ ਸੁਆਓ, ਜਨ ਕਾ ਸੰਗ ਚਿਤ ਆਵੈ ਨੋ, ਮੁਕਤ ਮੁਕਤ ਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ। ਇਹ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਨਾਮ ਦੀ, ਭਜਨ ਦੀ, ਗੁਰਸਿੱਖੀ ਦੀ ਦਾਤ ਬਖਸ਼ ਦਿਓ, ਕਿਰਪਾ ਕਰ ਦਿਓ। ਨਾਮ ਤੇਰਾ ਜਪੀ ਦਿਨ ਰਾਤ ਅਸੀਂ ਆਪ ਜੀ ਦਾ ਪਵਿੱਤਰ ਨਾਮ ਜਿਹੜਾ ਜਪਦੇ ਰਹੀਏ। ਸੋ ਸਤਸੰਗੀਓ, ਅੱਜ ਸੰਤ ਰੋਸ਼ਨ ਸਿੰਘ ਦੇ ਉਦਮ ਦੁਆਰਾ ਬਾਬਾ ਮਾਝਾ ਸਿੰਘ ਜੀ ਦੇ 4 ਮਾਘ ਔਰ ਸੱਚਖੰਡ ਗਮਨ ਦਿਨ ਦੇ ਉੱਤੇ ਬਰਸੀ ਮਨਾਉਣ ਲਈ ਦੇਸ਼ ਭਰ ਦੀਆਂ ਸਾਰੀਆਂ ਸੰਗਤਾਂ ਪਹੁੰਚੀਆਂ। ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ ਕਰਨ, ਖਾਲਸਾ ਪੰਥ ਦੀ ਚੜ੍ਹਦੀ ਕਲਾ ਏਕਤਾ ਇਤਫਾਕ ਬਖਸ਼ਿਸ਼ ਕਰਨ। ਔਰ ਸੰਤ ਰੋਸ਼ਨ ਸਿੰਘ ਜੀ ਔਰ ਡੇਰੇ ਦੇ ਸਮੂਹ ਸੇਵਾਦਾਰ, ਦੇਸ਼ ਭਰ ਦੀਆਂ ਸੰਗਤਾਂ ਦਾ ਵੀ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ, ਜਿਹਨੇ ਪ੍ਰੇਮ ਦੇ ਨਾਲ 4 ਮਾਘ ਸੰਤ ਬਾਬਾ ਮਾਝਾ ਸਿੰਘ ਜੀ ਦੀ ਬਰਸੀ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਜਿਵੇਂ ਇਸ ਘਰ ਦੀ ਸੇਵਾ ਕਰਕੇ ਬੇਅੰਤ ਸੰਗਤਾਂ ਨੇ ਲਾਹੇ ਲਾਇਆ,
ਇਸ ਤਰ੍ਹਾਂ ਸ਼ਰਧਾ ਨਾਲ ਸੇਵਾ ਕਰਕੇ ਭਾਈ ਲਾਹੇ ਲੈਣੇ ਆ। ਸੇਵਕੋ ਸੇਵਾ ਬਨਿਆਈ, ਹੁਕਮ ਬੂਝ ਪਰਮਪਦ ਪਾਈ, ਉਸ ਤੇ ਚੌਗਨ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਿਆਲ। ਅੰਤ ਵਿੱਚ ਆਈਆਂ ਹੋਈਆਂ ਸਮੂਹ ਸੰਗਤਾਂ ਦਾ, ਮਹਾਂਪੁਰਸ਼ਾਂ ਦਾ, ਸਾਰੇ ਸੇਵਾਦਾਰਾਂ ਦਾ, ਜਿਨ੍ਹਾਂ ਜੋੜਿਆਂ ਦੀ, ਲੰਗਰਾਂ ਦੀ ਰਸਪਸਤ ਕਰਕੇ ਸੇਵਾ ਕੀਤੀ ਹੈ। ਔਰ ਗ੍ਰੰਥੀ ਸਿੰਘ ਜਿਨ੍ਹਾਂ ਨੇ ਪਾਠਾਂ ਦੀਆਂ ਸੇਵਾ ਇੰਨੀ ਠੰਡ ਵਿੱਚ ਰੌਲਾਂ ਲਾਈਆਂ, ਔਰ ਰਾਗੀ ਸਿੰਘ ਜੀ ਨੇ ਕੀਰਤਨ ਕੀਤੇ ਹੈ। ਸਾਰਿਆਂ ਦਾ ਸਮੁੱਚੇ ਰੂਹ 'ਚ ਬਹੁਤ ਬਹੁਤ ਧੰਨਵਾਦ ਹੈ। ਅੱਜ ਬਾਬਾ ਹਜ਼ਾਰਾ ਸਿੰਘ ਦੀ ਯਾਦ ਆਉਂਦੀ ਹੈ ਕਿ ਮਹਾਂਪੁਰਖ ਕਿੰਨਾ ਸ਼ੌਕ ਹੁੰਦਾ ਸੀ ਭੱਜ ਭੱਜ ਕੇ ਸੰਗਤਾਂ ਦੀ ਸੇਵਾ ਕਰਨੀ। ਪਰ ਮਹਾਰਾਜ ਦਾ ਹੁਕਮ ਹੈ ਕਿ ਕਹਿੰਦੇ ਮਰਦੀ ਮਾਇਆ ਬ੍ਰਿਕਸ਼ ਦੀ ਛਾਇਆ, ਉਹ ਗੱਲ ਆ। ਅਤੇ ਇਸ ਤਰ੍ਹਾਂ ਇਹੋ ਗੱਲਾਂ ਦੇ ਜਿਹੜੇ ਸੰਤ ਬਾਬਾ ਹਜ਼ਾਰਾ ਸਿੰਘ ਵਰਗੇ ਸੇਵਾਦਾਰ ਇਹੋ ਜਿਹੇ ਮਿਲਣੇ ਵੀ ਬੜੇ ਔਖੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਵਿੱਚ ਪ੍ਰੇਮ, ਪਿਆਰ, ਸ਼ਰਧਾ, ਭਗਤੀ ਮਹਾਰਾਜ ਬਖਸ਼ਿਸ਼ ਕਰਨ। ਈਰਖਾ ਵਖੀਲੀ ਤੋਂ ਰਹਿਤ ਹੋ ਕੇ ਗੁਰੂ ਘਰ ਦੀ ਸੇਵਾ ਕਰਕੇ ਲਾਭ ਪ੍ਰਾਪਤ ਕਰੀਏ। ਅਤੇ ਸੰਤ ਬਾਬਾ ਮਾਝਾ ਸਿੰਘ ਜੀ ਨੇ ਆਪਣੇ 4 ਮਾਘ 1970 ਵਿੱਚ ਉਹ ਸੱਚਖੰਡ ਪਿਆਨਾ ਕਰ ਗਏ ਸੀ। ਅੱਜ ਦੇਖੋ ਟਾਈਮ ਗੁਜ਼ਰ ਜਾਂਦਾ। ਬਰਸ ਸੀ, ਉਹ ਬੜੇ ਸ੍ਰੇਸ਼ਟ ਸੀ, ਉਹਨੇ ਬਰਸੀ ਮਨਾਉਣੀ ਆਮ। ਕੋਈ ਬਜ਼ੁਰਗ ਗੁਜ਼ਰ ਜਾਂਦਾ ਜਾਂ ਕੋਈ ਵੀ ਇੱਕ ਵਾਰੀ ਕਰਦਾ, ਬਾਅਦ 'ਚ ਕੌਣ ਪੁੱਛਦਾ। ਇਹ ਹੈ ਸੰਤਾਂ ਦਾ। ਸੰਤ ਮੂਹੇ ਕਿਆ ਰੋਜਿਆ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ, ਜੋ ਹਾਟੇ ਹਾਟ ਬਕਾਏ। ਤਿੰਨ ਧਨ ਜਿਣੇ ਦੀ ਮਾਓ ਸਫਲ ਸੇ, ਪਰਵਤਗਾਰ ਅਪਾਰ ਬੇਅੰਤ, ਜਿਨ੍ਹਾਂ ਪਛਾਦਾ ਸਾ ਚੁੰਮਾ ਪੈਰ। ਐਸੇ ਮਹਾਂਪੁਰਖਾਂ ਨੂੰ ਅਸੀਂ ਕੋਟਾਨ ਕੋਟ ਵੇਰੇ ਨਮਸਕਾਰ ਕਰਦੇ ਹਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਤੋਂ ਅੰਮ੍ਰਿਤ ਹੋਏ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਬਾਬਾ ਲਾਲ ਸਿੰਘ ਜੀ, ਬਾਬਾ ਆਇਆ ਸਿੰਘ ਜੀ, ਬਾਬਾ ਰਾਮ ਸਿੰਘ ਜੀ। ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਯਤੀਮ ਬਾਲਕ ਬਾਬਾ ਮਾਝਾ 'ਤੇ ਕਿਰਪਾ ਕਰਕੇ ਕਿੱਡੀ ਵੱਡੀ ਉੱਚੀ ਪਦਵੀ 'ਤੇ ਪਹੁੰਚਾ ਦਿੱਤਾ। ਇਹ ਗੁਰੂ ਘਰ ਦੀ ਵਡਿਆਈ ਹੈ। ਨਿਮਾਣਿਆਂ ਨੂੰ ਮਾਣ ਦੇਣਾ, ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਇੰਨੀਆਂ ਬੇਨਤੀਆਂ ਕਰਦੇ ਹੋਏ ਸਮੁੱਚੀ ਸੰਗਤ ਦਾ ਬਹੁਤ ਬਹੁਤ ਮਹਾਂਪੁਰਖਾਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।